ਆਰਮਡ ਫੋਰਸਿਸ ਦੇ ਅੱਜ ਦੇ ਲੈਕਚਰ ਵਿੱਚ ਸਾਡੇ ਨਾਲ ਪ੍ਰੋਫੈਸਰ ਜਸਵੀਰ ਸਿੰਘ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਫਿਲੌਰ ਤੋਂ ਸਾਡੇ ਨਾਲ ਸ਼ਾਮਿਲ ਹੋਏ ਹਨ। ਇਹ ਲਫ਼ਜ਼ਾਂ ਦੀ ਦੁਨੀਆ ਸਾਹਿਤ ਸਭਾ ਨਕੋਦਰ ਦੇ ਪ੍ਰਧਾਨ ਅਤੇ ਪੰਜਾਬੀ ਰਸਾਲਾ ਸ਼ਮਾਦਾਨ ਦੇ ਮੁੱਖ ਸੰਪਾਦਕ ਵੀ ਹਨ ਅਤੇ ਇਹ ਵਿਦਿਆਰਥੀਆਂ ਦੀ ਵੱਖ-ਵੱਖ ਭਰਤੀਆਂ ਅਤੇ ਹੋਰ ਇਮਤਿਹਾਨਾਂ ਦੀ ਤਿਆਰੀ ਵੀ ਕਰਵਾਉਂਦੇ ਹਨ। ਸੋ ਅੱਜ ਆਪਾਂ ਅੱਜ ਦੇ ਸੈਸ਼ਨ ਵਿੱਚ in ਵੱਖ-ਵੱਖ ਤਰ੍ਹਾਂ ਦੀਆਂ ਭਰਤੀਆਂ ਵਿੱਚ ਲੋੜੀਂਦੇ ਦਸਤਾਵੇਜ਼ਾਂ ਦੇ ਸੰਬੰਧ ਵਿੱਚ ਜਾਣਕਾਰੀ ਇਹਨਾਂ ਤੋਂ ਲਵਾਂਗੇ। ਪ੍ਰੋਫੈਸਰ ਜਸਵੀਰ ਸਿੰਘ ਜੀ, ਤੁਹਾਡਾ ਧੰਨਵਾਦ, ਤੁਹਾਡਾ ਵੈਲਕਮ ਹੈ ਜੀ। ਜੀ ਮੈਮ, ਬਹੁਤ-ਬਹੁਤ ਸ਼ੁਕਰੀਆ ਜੀ। ਪਿਆਰੇ ਦੋਸਤੋ, ਬੱਚਿਓ ਤੇ ਨੌਜਵਾਨ ਕੁੜੀਆਂ ਮੁੰਡਿਓ, ਮੈਂ ਤੁਹਾਡੇ ਤੇ ਇਹ ਆਸ ਕਰਦਾ ਹਾਂ ਕਿ ਜੋ ਅੱਜ ਡਿਸਕਸ਼ਨ ਹੋਊਗੀ, ਜੋ ਗੱਲਬਾਤ ਹੋਊਗੀ, ਉਹਨੂੰ ਤੁਸੀਂ ਬਹੁਤ ਹੀ ਧਿਆਨ ਨਾਲ ਤੇ ਨੀਝ ਨਾਲ ਸੁਣੋਗੇ। ਨਾਲੋਂ ਨਾਲ ਨੋਟ ਵੀ ਕਰਦੇ ਜਾਇਓ, ਕਿਉਂਕਿ ਅੱਜ ਦੇ ਜੋ ਇਹ ਡਿਸਕਸ਼ਨ ਆ, ਇਹ ਗੱਲਬਾਤ ਆ, ਇਹਦੇ ਵਿੱਚ ਤੁਹਾਡੇ ਵਾਸਤੇ ਬੜੀਆਂ ਲਾਹੇਵੰਦ ਗੱਲਾਂ ਹੋਣ ਵਾਲੀਆਂ ਨੇ। ਤੇ ਸਭ ਤੋਂ ਪਹਿਲਾਂ ਆਪਾਂ ਕੜੀ ਜੋੜਦੇ ਹਾਂ, ਕਿਉਂਕਿ ਪਿਛਲੇ ਬੁੱਧਵਾਰ ਤੁਸੀਂ ਜੋ ਵੱਖ-ਵੱਖ ਭਰਤੀਆਂ ਸੰਬੰਧੀ ਪੰਜਾਬ ਪੁਲਿਸ ਲੈ ਲਓ, ਆਰਮੀ ਹੋਈ ਜਾਂ ਪੈਰਾਮਿਲਟਰੀ ਹੋਈ, ਇਸ ਬਾਬਤ ਜੋ ਸੁਣਿਆ ਸੀ ਆਪਾਂ ਇੱਕ ਵਾਰੀ ਰਿਵੀਜ਼ਨ ਕਰ ਲੈਂਦੇ ਹਾਂ। ਜਿਵੇਂ ਕਿ ਭਾਰਤੀ ਫੌਜ, ਜਿਹਨੂੰ ਆਪਾਂ ਥਲ ਸੈਨਾ ਕਹਿੰਦੇ ਹਾਂ, GD ਦੀ ਭਰਤੀ ਵੀ ਕਹਿ ਦਿੰਦੇ ਹਾਂ, ਉਹਦੇ ਵਿੱਚ ਤੁਸੀਂ ਉਮਰ ਸੁਣੀ ਸੀ ਕਿ 17 ਤੋਂ ਲੈ ਕੇ 21 ਸਾਲ ਦੀ ਹੋਣੀ ਚਾਹੀਦੀ ਆ। 10ਵੀਂ ਪਾਸ ਜਿਹੜਾ ਨੌਜਵਾਨ ਆ ਅਪਲਾਈ ਕਰ ਸਕਦਾ ਆ। ਟੈਕਨੀਕਲ ਜਾਂ ਕਲੈਰੀਕਲ ਜਿਹੜੀ ਭਰਤੀ ਹੁੰਦੀ ਆ, ਉਹਦੇ ਵਿੱਚ ਜਿਹੜੀ ਐਂਟਰੀ ਆ 23 ਸਾਲ ਦੀ ਉਮਰ ਜਿਹੜੀ ਆ ਬੱਚੇ ਦੀ ਹੋਣੀ ਚਾਹੀਦੀ ਆ। ਠੀਕ ਹੈ ਜੀ। ਵੱਡੀ ਗੱਲ ਇਹ ਹੈ ਕਿ ਜਦੋਂ ਆਪਾਂ +2 ਪਾਸ ਬੱਚਾ ਜਿਹੜਾ ਆ, ਉਹ ਮੈਥ ਜਾਂ ਫਿਰ ਅਕਾਊਂਟਸ ਵਿੱਚ 60% ਅੰਕ ਜਿਹੜੇ ਆ ਉਹਦੇ ਹੋਣੇ ਚਾਹੀਦੇ ਨੇ ਜੀ। ਠੀਕ ਹੈ ਜੀ। ਤੇ ਗ੍ਰੈਜੂਏਸ਼ਨ ਕੀਤੀ ਹੋਵੇ ਉਸਦੀ। ਠੀਕ ਹੈ ਜੀ। ਇਹ ਬਹੁਤ ਜ਼ਰੂਰੀ ਨੁਕਤਾ ਹੈ, ਕਿਉਂਕਿ ਬੱਚਿਆਂ ਦੇ ਵਿੱਚ ਹੁੰਦਾ ਕਿ ਜੇ ਆਰਮੀ ਵਿੱਚ 10ਵੀਂ ਵਿੱਚ ਕਰਕੇ ਜਾ ਸਕਦੇ ਆ ਤਾਂ ਫਿਰ ਟੈਕਨੀਕਲ ਕਰਨ ਦੀ ਕੀ ਲੋੜ ਹੈ ਜੀ। ਟੈਕਨੀਕਲ ਜਦੋਂ ਆਪਾਂ ਫੀਲਡ ਵਿੱਚ ਜਾਣਾ ਹੈ ਤਾਂ ਗ੍ਰੈਜੂਏਸ਼ਨ ਜ਼ਰੂਰੀ ਆ। +2 ਜਿਹੜੀ ਆ ਉਹ ਮੈਥ ਤੇ ਨਾਲ ਅਕਾਊਂਟਸ ਹੋਣਾ ਚਾਹੀਦਾ ਆ। ਨਾਲ ਇੱਕ ਚੀਜ਼ ਹੋਰ ਕਿ ਜੇ ਤੁਸੀਂ ਕਿਸੇ ਟ੍ਰੇਡ ਵਿੱਚ ਜਾਣਾ, ਜਿਵੇਂ ਹੇਅਰ ਕਟਿੰਗ, ਵੱਖ-ਵੱਖ ਜਿਹੜੇ ਨੇ ਉਹਦੇ ਵਿੱਚ ਜਾਣਾ, ਤਾਂ ਤੁਹਾਨੂੰ ਇੱਕ ਐਕਸਪੀਰੀਅੰਸ ਸਰਟੀਫਿਕੇਟ ਜਿਹੜਾ ਆ ਉਹ ਨਾਲ ਲਾਉਣਾ ਬਹੁਤ ਜ਼ਰੂਰੀ ਆ। ਐਕਸਪੀਰੀਅੰਸ ਸਰਟੀਫਿਕੇਟ ਹੋਣਾ ਵੀ ਲਾਜ਼ਮੀ ਆ। ਤੇ ਦੂਜੀ, ਤੁਸੀਂ ਬੱਚਿਓ ਉੱਦਾਂ ਸੁਣਿਆ ਸੀਗਾ ਪੈਰਾਮਿਲਟਰੀ ਬਾਰੇ। ਪੈਰਾਮਿਲਟਰੀ ਦੇ ਵਿੱਚ BSF, CRPF, AR ਜਾਂ ITBP, ਵੱਖ-ਵੱਖ ਜਿਹੜੀਆਂ ਭਰਤੀਆਂ ਨੇ, ਇਹਨਾਂ ਬਾਰੇ ਤੁਸੀਂ ਸੁਣਿਆ ਸੀਗਾ। ਇਹ ਵੀ ਸੈਂਟਰ ਗਵਰਨਮੈਂਟ ਦੇ ਅੰਡਰ ਆਉਂਦੀ ਆ। +2 ਪਾਸ ਇਸ ਵਾਸਤੇ ਨੌਜਵਾਨ ਦਾ ਹੋਣਾ ਜ਼ਰੂਰੀ ਆ। ਤੇ ਉਮਰ ਦੀ ਜਿਹੜੀ ਛੋਟ ਆ ਉਹ ਕੈਟਾਗਰੀ ਅਨੁਸਾਰ ਤੁਸੀਂ ਜਾਣਦੇ ਹੋ ਕਿ ਹੁੰਦੀ ਆ। ਸੈਂਟਰ ਪੁਲਿਸ, ਜਿਹਨੂੰ ਆਪਾਂ ਪੈਰਾਮਿਲਟਰੀ ਕਹਿ ਦਿੰਦੇ ਆ, ਤੇ ਆਰਮੀ। ਸੈਂਟਰ ਪੁਲਿਸ ਜਿਹੜੀ ਆ, ਇਹਦੇ ਵਿੱਚ ਜਿਹੜੀ ਕੈਟਾਗਰੀ BC ਆ, ਇਹਦੇ ਵਾਸਤੇ ਮੈਮ 3 ਸਾਲ ਜਿਹੜੀ ਆ ਛੋਟ ਮਿਲਦੀ ਆ। ਠੀਕ ਹੈ। ਉਹ ਵੱਖ-ਵੱਖ ਕੈਟਾਗਰੀਆਂ ਲਈ ਅਲੱਗ-ਅਲੱਗ ਤਰ੍ਹਾਂ ਦੀ ਛੋਟ ਹੈ ਸਰ, ਮਤਲਬ ਜੀ। ਹਾਂਜੀ ਹਾਂ। ਤੇ ਜਦੋਂ ਆਪਾਂ ਪੰਜਾਬ ਪੁਲਿਸ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਗੱਲ ਹੁੰਦੀ ਹੈ ਕਿ 5 ਸਾਲ ਦੀ ਛੋਟ ਮਿਲਦੀ ਆ। ਓਕੇ। ਕਿਉਂਕਿ ਬੱਚਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਸੈਂਟਰ ਦੀ ਗੱਲ ਕਰਾਂਗੇ ਤਾਂ 3 ਸਾਲ ਦੀ ਛੋਟ ਆ, ਜਦੋਂ ਪੰਜਾਬ ਦੀ ਗੱਲ ਕਰਾਂਗੇ। ਸੋ ਬੱਚਿਓ, ਇਸ ਗੱਲ ਦਾ ਤੁਸੀਂ ਬਿਲਕੁਲ ਧਿਆਨ ਰੱਖਣਾ ਹੈ। ਜਿਹੜੀਆਂ ਸੈਂਟਰ ਨਾਲ ਜੁੜੀਆਂ ਹੋਈਆਂ ਭਰਤੀਆਂ ਨੇ ਜਾਂ ਸੈਂਟਰ ਦੀ, ਜਿਵੇਂ ਪੈਰਾਮਿਲਟਰੀ ਫੋਰਸਿਸ ਹੈ ਜਾਂ ਹੋਰ, ਉੱਥੇ 3 ਸਾਲ ਦੀ ਛੋਟ ਹੈ। ਪਰ ਜਿੱਥੇ ਆਪਾਂ ਪੰਜਾਬ ਪੁਲਿਸ ਦੀ ਭਰਤੀ ਲਈ ਜਾਂਦੇ ਹਾਂ, ਉੱਥੇ 5 ਸਾਲ ਦੀ ਛੋਟ ਹੈਗੀ ਹੈ ਉਮਰ ਦੀ ਜਿਹੜੀ। ਜੀ। ਇਹਦੇ ਨਾਲ ਮੈਂ ਇੱਕ ਚੀਜ਼ ਹੋਰ ਦੱਸਣੀ ਚਾਹੁੰਦਾ ਹਾਂ ਕਿ ਵੱਖ-ਵੱਖ ਜਦੋਂ ਭਰਤੀਆਂ ਆਉਂਦੀਆਂ ਨੇ, ਨੋਟੀਫਿਕੇਸ਼ਨ ਚੇਂਜ ਹੁੰਦੇ ਰਹਿੰਦੇ ਆ। ਅੱਛਾ ਜੀ। ਤੇ ਉਹ ਨੋਟੀਫਿਕੇਸ਼ਨ ਜ਼ਰੂਰ ਆਪਾਂ ਨੂੰ ਵਾਚਦੇ ਰਹਿਣਾ ਚਾਹੀਦਾ ਹੈ ਤਾਂ ਕਿ ਅਪਡੇਟਡ ਰਹਿਣੀ ਚਾਹੀਦੀਆਂ ਨੇ। ਬਿਲਕੁਲ ਬੇਟਾ ਵਿਦਿਆਰਥੀਓ, ਇਸ ਗੱਲ ਦੇ ਬਾਰੇ ਤਾਂ ਪਿਛਲੇ ਹਫਤੇ ਵੀ ਆਪਾਂ ਗੱਲ ਕੀਤੀ ਸੀਗੀ ਕਿ ਸਮੇਂ-ਸਮੇਂ ਤੇ ਇਹਦੀਆਂ ਜਿਹੜੀਆਂ ਸ਼ਰਤਾਂ ਨੇ ਉਹ ਬਦਲਦੀਆਂ ਰਹਿੰਦੀਆਂ ਨੇ। ਠੀਕ ਹੈ। ਕਿਸੇ ਟਾਈਮ ਕੋਈ, ਤਾਂ ਲਗਾਤਾਰ ਸਾਨੂੰ ਅਪਡੇਟਡ ਰਹਿਣਾ ਚਾਹੀਦਾ ਹੈ। ਅਖਬਾਰ ਦੇਖਦੇ ਰਹਿਣਾ ਚਾਹੀਦਾ, ਜਿਵੇਂ ਇੰਪਲੋਇਮੈਂਟ ਨਿਊਜ਼ ਹੈ ਜਾਂ ਹੋਰ ਜਿਹੜੇ ਮੁੱਢਲੇ ਅਖਬਾਰ ਨੇ ਜਿਨ੍ਹਾਂ ਵਿੱਚ ਇਹਨਾਂ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ, ਜਿਨ੍ਹਾਂ ਵਿੱਚ ਇਹ ਨੋਟੀਫਿਕੇਸ਼ਨ ਆਉਂਦੇ ਨੇਗੇ ਸਾਰੇ ਭਰਤੀਆਂ ਦੇ ਜਾਂ ਹੋਰ ਜਿਹੜੀਆਂ ਨੌਕਰੀਆਂ ਦੇ ਸੰਬੰਧੀ ਜਾਣਕਾਰੀ ਆਉਂਦੀ ਹੈ, ਤਾਂ ਉਹਨਾਂ ਨੂੰ ਲਗਾਤਾਰ ਉਹਨਾਂ ਦੇ ਨਾਲ ਇਨ ਟੱਚ ਰਹਿਣਾ ਚਾਹੀਦਾ ਜੀ ਮੈਮ। ਤਾਂ ਹੀ ਆਪਾਂ ਨੂੰ ਪਤਾ ਚੱਲ ਸਕੇਗਾ ਕਿ ਅੱਜ ਦੇ ਸਮੇਂ ਵਿੱਚ ਕੀ ਚੀਜ਼ ਦੀ ਲੋੜ ਹੈ। ਜੀ ਬਿਲਕੁਲ। ਤੇ ਵੱਡੀ ਗੱਲ ਇਹ ਹੈ ਕਿ ਜਦੋਂ ਐਜੂਸੈਟ ਹੈ ਤੁਹਾਡੇ ਕੋਲ, ਤਾਂ ਇਹ ਇੱਕ ਵਰਦਾਨ ਆ। ਤੁਸੀਂ ਇੱਥੇ ਵੱਖ-ਵੱਖ ਜਿਹੜੀਆਂ ਪ੍ਰੋਗਰਾਮਸ ਵੇਖਦੇ ਹੋ, ਇਹ ਤੁਹਾਡੇ ਉਤਸ਼ਾਹ ਦੇ ਵਾਸਤੇ, ਤੁਹਾਡੇ ਗਿਆਨ ਦੇ ਵਾਸਤੇ ਬ੍ਰੌਡਕਾਸਟ ਹੋ ਰਹੇ ਨੇ। ਜਦੋਂ ਆਪਾਂ ਪੰਜਾਬ ਪੁਲਿਸ ਦੀ ਗੱਲ ਕਰਦੇ ਹਾਂ ਤਾਂ ਬੱਚਿਓ, +2 ਪਾਸ ਹੋਣਾ ਤੁਹਾਡਾ ਜ਼ਰੂਰੀ ਆ। ਤੇ ਉਮਰ ਹੱਦ ਜਨਰਲ ਵਾਸਤੇ 18 ਤੋਂ 28 ਸਾਲ ਦੀ ਹੁੰਦੀ ਆ। ਤੁਸੀਂ ਨੋਟ ਕਰ ਲਿਆ ਹੋਣਾ ਆ। ਜਦੋਂ ਆਪਾਂ ਕਰਦੇ ਹਾਂ ਗੱਲ SC ਜਾਂ BC ਦੀ, ਤਾਂ ਇਸ ਕੈਟਾਗਰੀ ਵਾਸਤੇ 18 ਤੋਂ
33 ਸਾਲ 5 ਸਾਲ ਦੀ ਛੋਟ ਆ, ਤੇ ਜਦੋਂ ਐਕਸ ਸਰਵਿਸਮੈਨ ਦੀ ਗੱਲ ਹੁੰਦੀ ਆ ਮੈਮ ਤਾਂ ਉਦੋਂ 3 ਸਾਲ ਦੀ ਛੋਟ ਆ, ਉੱਥੇ 3 ਸਾਲ ਉੱਥੇ ਐਕਸ ਸਰਵਿਸਮੈਨ ਵਾਸਤੇ। ਓਕੇ ਜੀ ਜੀ ਠੀਕ ਹੈ ਇਹ ਜਿਹੜੀਆਂ ਨੇ ਮੇਨ ਗੱਲਾਂ ਤੁਸੀਂ ਪੁਰਾਣੇ ਲੈਕਚਰ ਦੇ ਵਿੱਚ ਜਿਹੜਾ ਪਿਛਲੇ ਬੁੱਧਵਾਰ ਹੋਇਆ ਉਹਦੇ ਵਿੱਚ ਸੁਣੀਆਂ ਨੇ। ਹਾਂਜੀ ਬੇਟਾ, ਪਿਛਲੇ ਹਫਤੇ ਵੀ ਆਪਾਂ ਨੇ ਇਸ ਦੇ ਸੰਬੰਧੀ ਜਾਣਕਾਰੀ ਲਈ ਸੀ, ਜਿਹੜੀ ਦੇਖੋ ਆਰਮੀ ਦੇ ਬਾਰੇ ਜਾਂ ਪੈਰਾਮਿਲਟਰੀ ਬਾਰੇ ਜਾਂ ਪੰਜਾਬ ਪੁਲਿਸ ਵਿੱਚ ਭਰਤੀ ਸੰਬੰਧੀ ਜਿਹੜੀ ਮੁੱਢਲੀ ਜਾਣਕਾਰੀ ਆਪਾਂ ਨੂੰ ਪਿਛਲੇ ਹਫਤੇ ਮਿਲ ਗਈ ਸੀਗੀ, ਪਰ ਫਿਰ ਵੀ ਇਸ ਹਫਤੇ ਵਿੱਚ ਥੋੜੀਆਂ ਜਿਹੀਆਂ ਇਹੀ ਗੱਲਾਂ ਦੁਬਾਰਾ ਦੁਹਰਾਈਆਂ ਨੇ। ਪਰ ਫਿਰ ਵੀ ਸਰ ਹੁਣ ਅੱਗੇ ਆਪਾਂ ਇਹਦੇ ਬਾਰੇ ਜਾਣਕਾਰੀ ਲੈਣਾ ਚਾਹਾਂਗੇ ਕਿ ਆਰਮੀ, ਪੈਰਾਮਿਲਟਰੀ ਤੇ ਪੰਜਾਬ ਪੁਲਿਸ ਦੀ ਭਰਤੀ ਲਈ ਅਪਲਾਈ ਕਰਨ ਲਈ ਸਾਨੂੰ ਕਿੰਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਜੀ ਬਹੁਤ ਅਹਿਮ ਪ੍ਰਸ਼ਨ ਹੈ, ਕਿਉਂਕਿ ਜਦੋਂ ਬੱਚੇ ਅਪਲਾਈ ਕਰਦੇ ਨੇ ਤਾਂ ਉੱਥੇ ਕਾਫੀ ਗਲਤੀਆਂ ਕਰ ਜਾਂਦੇ ਆ। ਸਭ ਤੋਂ ਪਹਿਲੀ ਗੱਲ ਆ ਮੈਮ ਕਿ ਸਾਨੂੰ ਆਪਣੇ ਬਾਰੇ ਪਤਾ ਹੋਣਾ ਚਾਹੀਦਾ, ਜਿਹੜੀ ਪਰਸਨਲ ਡਿਟੇਲ ਆ, ਸਾਡੀ ਜਨਮ ਮਿਤੀ ਪ੍ਰੋਪਰ, ਹਾਂਜੀ ਹਾਂ, ਮਾਤਾ ਪਿਤਾ ਦਾ ਨਾਮ ਪ੍ਰੋਪਰ, ਕਿਉਂਕਿ ਬੱਚਿਆਂ ਦੀਆਂ ਗਲਤੀਆਂ ਆਈ ਜਾਂ ਈ ਨਾਲ ਬਹੁਤ ਹੁੰਦੀਆਂ ਨੇ। ਜਿਵੇਂ ਜੇ ਜਸਵੀਰ ਆ ਨਾਮ, ਬੱਚਾ ਡਬਲ ਈ ਨਾਲ ਲਿਖਦਾ ਹੋਵੇ, ਉੱਥੇ ਆਈ ਪਾ ਦੇਵੇ ਤਾਂ ਬਹੁਤ ਵੱਡੀ ਸਮੱਸਿਆ ਇਸੇ ਤਰ੍ਹਾਂ ਹੀ ਮਦਰ ਦਾ ਨੇਮ ਹੋ ਗਿਆ। ਅੱਛਾ, ਪਿੰਨ ਕੋਡ ਬਹੁਤੇ ਬੱਚਿਆਂ ਨੂੰ ਨਹੀਂ ਪਤਾ ਹੁੰਦਾ, ਇਸ ਚੀਜ਼ ਦਾ ਬਹੁਤ ਖਿਆਲ ਰੱਖਣਾ ਚਾਹੀਦਾ। ਆਪਣਾ ਐਡਰੈਸ ਪ੍ਰੋਪਰ ਲਿਖੋ, ਠੀਕ ਹੈ ਜੀ। ਤੇ ਇੱਕ ਚੀਜ਼ ਹੋਰ ਜੋ ਬੱਚੇ ਬਹੁਤ ਵੱਡੀ ਗਲਤੀ ਕਰਦੇ ਨੇ, ਵੈਲਿਡ ਤੇ ਐਕਟਿਵ ਈਮੇਲ ਜਿਹੜੀ ਆ ਉਹ ਨਹੀਂ ਰੱਖਦੇ। ਜਦੋਂ ਵੀ ਅਪਲਾਈ ਕਰਨਾ ਆ ਤੁਸੀਂ ਆਪਣੀ ਇੱਕ ਵੈਲਿਡ ਤੇ ਐਕਟਿਵ ਮਤਲਬ ਤੁਹਾਡੇ ਮੋਬਾਈਲ ਦੇ ਵਿੱਚ ਚੱਲਦੀ ਹੋਵੇ ਉਹ ਈਮੇਲ, ਉਸ ਨੂੰ ਤੁਸੀਂ ਉੱਥੇ ਭਰਨਾ ਆ। ਵੈਸੇ ਵੀ ਬੇਟਾ ਜਦੋਂ ਆਪਾਂ ਹੁਣ ਅੱਜ ਤਾਂ ਡਿਜੀਟਲ ਦੁਨੀਆ ਦੇ ਵਿੱਚ ਜੀ ਰਹੇ ਆ, ਈਮੇਲ ਤੋਂ ਬਿਨਾਂ ਤਾਂ ਗੁਜ਼ਾਰਾ ਹੀ ਨਹੀਂ। ਬਿਲਕੁਲ, ਜਿੱਥੇ ਦੇਖ ਰਹੇ ਆ ਬਹੁਤ ਸਾਰੀਆਂ ਐਪਸ ਹੋਰ ਸਭ ਈਮੇਲ ਦੇ ਉੱਪਰ ਆਧਾਰਿਤ ਹੈ ਜੀ। ਸੋ ਬੇਟਾ ਇਹ ਚੀਜ਼ ਇੱਕ ਮੁੱਢਲੀ ਚੀਜ਼ ਹੈ ਅੱਜ ਦੇ ਜ਼ਮਾਨੇ ਵਿੱਚ। ਤੇ ਸਭ ਤੋਂ ਪਹਿਲਾਂ ਆਪਣੀ ਈਮੇਲ ਜ਼ਰੂਰ ਬਣਾ ਲਓ, ਔਰ ਉਹ ਵੈਲਿਡ ਵੀ ਹੋਵੇ ਤੇ ਐਕਟਿਵ ਵੀ ਹੋਵੇ। ਇਹ ਨਹੀਂ ਹੋ ਕੇ ਬਹੁਤ ਪਹਿਲਾਂ ਬਣਾਈ ਸੀ ਕਿਸੇ ਵੇਲੇ ਤੇ ਅੱਜ ਪਤਾ ਨਹੀਂ ਚੱਲਦੀ ਹੈ, ਪਤਾ ਨਹੀਂ ਚੱਲਦੀ, ਜਾਂ ਅੱਜ ਉਹਦਾ ਸਾਨੂੰ ਪਾਸਵਰਡ ਵੀ ਨਹੀਂ ਪਤਾ, ਖੋਲਣੀ ਵੀ ਨਹੀਂ ਪਤਾ, ਕਦੇ ਖੋਲ ਕੇ ਦੇਖੀ ਨਹੀਂ। ਸੋ ਉਹ ਚੀਜ਼ਾਂ ਦਾ ਬੇਟਾ ਧਿਆਨ ਰੱਖਣਾ ਹੈਗਾ। ਹਾਂਜੀ ਸਰ ਮੈਮ, ਕਿਉਂਕਿ ਈਮੇਲ ਰੈਲੇਵੈਂਸੀ ਵਾਸਤੇ ਆ, ਸਾਨੂੰ ਹਰ ਇੱਕ ਇਨਫੋਰਮੇਸ਼ਨ ਈਮੇਲ ਦੇ ਉੱਤੇ ਆਫੀਸ਼ੀਅਲੀ ਆਉਂਦੀ ਆ। ਤੇ ਇਸੇ ਤਰ੍ਹਾਂ ਹੀ ਬੱਚਿਓ ਤੁਹਾਡਾ ਜਿਹੜਾ ਮੋਬਾਈਲ ਨੰਬਰ ਆ ਉਹ ਵੀ ਐਕਟਿਵ ਹੋਣਾ ਚਾਹੀਦਾ ਆ, ਤੁਹਾਡੇ ਕੋਲ ਹੋਣਾ ਚਾਹੀਦਾ ਆ। ਕਈ ਵਾਰੀ ਅਸੀਂ ਗਵਾ ਲੈਂਦੇ ਆ, ਤੇ ਜਦੋਂ ਆਪਾਂ ਚੀਜ਼ ਨੂੰ ਗਵਾ ਲੈਂਦੇ ਆ ਤਾਂ ਆਪਣਾ ਭਵਿੱਖ ਵੀ ਗਵਾਚ ਜਾਂਦਾ ਆ। ਇਸ ਕਰਕੇ ਹਰ ਚੀਜ਼ ਦਾ ਐਕਟਿਵ ਹੋਣਾ ਬਹੁਤ ਜ਼ਰੂਰੀ ਆ ਆਈਡੀ ਪ੍ਰੂਫ ਵਿੱਚ। ਸਰ ਇੱਥੇ ਮੈਂ ਇੱਕ ਚੀਜ਼ ਮੈਂ ਵੀ ਐਡ ਕਰਨਾ ਚਾਹੂੰਗੀ ਕਿ ਆਮ ਦੇਖਣ ਦੇ ਵਿੱਚ ਕੀ ਹੁੰਦਾ, ਬੱਚੇ ਮੋਬਾਈਲ ਵੀ ਬਦਲਦੇ ਰਹਿੰਦੇ ਨੇ ਬਾਰ-ਬਾਰ, ਬਿਲਕੁਲ ਸਿਮ ਬਦਲਦੇ ਰਹਿੰਦੇ ਨੇਗੇ ਜੀ। ਬਿਲਕੁਲ ਬੇਟਾ, ਕੋਸ਼ਿਸ਼ ਕਰੋ ਕਿ ਤੁਸੀਂ ਇੱਕ ਮੋਬਾਈਲ ਰੱਖੋ, ਇੱਕ ਨੰਬਰ ਹੋਵੇ ਤੁਹਾਡਾ, ਔਰ ਉਹਦੇ ਵਿੱਚ ਬਾਰ-ਬਾਰ ਸਿਮ ਨਾ ਚੇਂਜ ਕਰੋ ਜੀ। ਜੇ ਇੱਕ ਨੰਬਰ ਤੁਹਾਡਾ ਰਹੇਗਾ ਤਾਂ ਤੁਹਾਡੇ ਲਈ ਵੀ ਸੁਖਾਲਾ ਹੋਏਗਾ। ਜੇ ਹਰ ਰੋਜ਼ ਤੁਸੀਂ ਇਹ ਚੀਜ਼ਾਂ ਬਦਲੋਗੇ ਨਾ, ਤੁਹਾਡੀ ਚਾਹੇ ਈਮੇਲ ਹੈ ਚਾਹੇ ਤੁਹਾਡਾ ਮੋਬਾਈਲ ਨੰਬਰ ਹੈ, ਜੇ ਤੁਸੀਂ ਇਹਦੇ ਬਾਰ-ਬਾਰ ਸਿਮ ਬਦਲੋਗੇ, ਨੰਬਰ ਆਪਣਾ ਚੇਂਜ ਕਰੋਗੇ ਤਾਂ ਤੁਸੀਂ ਹੀ ਕਨਫਿਊਜ਼ ਹੋਵੋਗੇ, ਕਿਉਂਕਿ ਉਹ ਅੱਜਕੱਲ ਤਾਂ ਕਈ ਚੀਜ਼ਾਂ ਦੀ OTP ਆਉਂਦੇ ਨੇ ਜੀ। ਬਿਲਕੁਲ ਠੀਕ ਹੈ ਨਾ, OTP ਤੋਂ ਬਿਨਾ ਉਹਨਾਂ ਨੇ ਵੈਰੀਫਾਈ ਕਰਨਾ ਹੈ ਤੁਹਾਨੂੰ ਕਿ ਤੁਸੀਂ ਹੈਗੇ ਹੋ, ਮਤਲਬ ਤੁਸੀਂ ਹੀ ਪਰਸਨ ਉਹ ਕਰ ਰਹੇ ਹੋ। ਤੁਹਾਡੀ ਈਮੇਲ ਵੀ ਕੋਈ ਖੋਲਣ ਦੀ ਕੋਸ਼ਿਸ਼ ਕਰੇ, ਨਹੀਂ ਖੁੱਲਦੀ ਹੈਗੀ, OTP ਆਏਗਾ। ਫਿਰ ਤੁਹਾਨੂੰ ਇਹੀ ਨਹੀਂ ਪਤਾ ਹੁੰਦਾ ਕਿ ਸਾਡੇ ਕਿਹੜੇ ਮੋਬਾਈਲ ਤੇ OTP ਆਇਆ। ਕਦੇ ਫਿਰ ਅਸੀਂ ਘਰਦਿਆਂ ਨੂੰ ਫੋਨ ਕਰਕੇ ਪੁੱਛਦੇ ਹਾਂ, ਕਦੇ ਕੁਝ ਕਰਦੇ ਹਾਂ। ਇੱਕ ਰੈਲੇਵੈਂਟ ਨੰਬਰ ਜਿਹੜਾ ਆ ਉਹ ਆਪਣੇ ਕੋਲ ਹੋਣਾ ਚਾਹੀਦਾ, ਕਿਉਂਕਿ ਆਪਣੀ ਪਹਿਚਾਣ ਆਪਣੀ ਹੁੰਦੀ ਆ। ਤੇ ਬੱਚਿਓ ਆਈਡੀ ਪ੍ਰੂਫ ਵੀ ਅਪਲਾਈ ਕਰਨ ਵਾਸਤੇ ਬਹੁਤ ਜ਼ਰੂਰੀ ਹੁੰਦੇ ਆ। ਉਹਦੇ ਵਿੱਚ ਤੁਸੀਂ ਆਪਣਾ ਪਾਸਪੋਰਟ ਵਰਤ ਸਕਦੇ ਹੋ, ਵੋਟਰ ਆਈਡੀ ਕਾਰਡ ਵਰਤ ਸਕਦੇ ਹੋ, ਆਧਾਰ ਕਾਰਡ ਵਰਤ ਸਕਦੇ ਹੋ, ਡਰਾਈਵਿੰਗ ਲਾਇਸੈਂਸ ਜਿਹੜਾ ਆ ਇਹ ਵੀ ਅਪਲਾਈ ਕਰਨ ਵਾਸਤੇ ਤੁਹਾਡਾ ਸਹਾਈ ਹੋ ਸਕਦਾ ਆ, ਪੈਨ ਕਾਰਡ ਵੀ ਹੋ ਸਕਦਾ ਆ। ਮਤਲਬ ਤੁਹਾਡੇ ਕੋਲ ਜਿਹੜੇ ਵੱਖ-ਵੱਖ ਆਪਣੇ ਆਈ ਕਾਰਡਸ ਨੇ ਉਹਨਾਂ ਨੂੰ ਤੁਸੀਂ ਵਰਤ ਕੇ ਜਿਹੜਾ ਆ ਅਪਲਾਈ ਕਰ ਸਕਦੇ ਹੋ। ਔਰ ਇਹ ਵੀ ਭਰਤੀ ਦੇ ਸਮੇਂ ਵੀ ਨਾਲ ਲਿਜਾਣੇ ਜ਼ਰੂਰੀ ਹੈ ਜੀ। ਬਿਲਕੁਲ, ਕਿਉਂਕਿ ਆਪਾਂ ਕਈ ਵਾਰ ਕਹਿੰਦੇ ਆ ਵੀ ਉਹ ਤਾਂ ਜੀ ਘਰ ਪਿਆ ਹੈਗਾ ਜੀ, ਆਧਾਰ ਕਾਰਡ ਤੋਂ ਬਿਨਾਂ ਤਾਂ ਅੱਜਕੱਲ ਕਿਤੇ ਗੱਲ ਹੀ ਨਹੀਂ ਹੁੰਦੀ ਹੈਗੀ ਦੇਖਿਆ ਜਾਵੇ ਤਾਂ ਆਧਾਰ ਕਾਰਡ, ਇਹ ਜਿਹੜੇ ਮੁੱਢਲੇ ਜੇ ਡਾਕੂਮੈਂਟ ਹੈ ਇਹਨਾਂ ਨੂੰ ਆਪਣੇ ਕੋਲੇ ਰੱਖੋ। ਜਿਵੇਂ ਸਰ ਨੇ ਪਹਿਲਾਂ ਵੀ ਕਿਹਾ, ਆਪਣਾ ਨਾਮ, ਆਪਣੀ ਡੇਟ ਆਫ ਬਰਥ, ਇਹ ਸਾਰੇ ਚਾਹੇ ਤਾਂ ਇੱਕ ਪੇਪਰ ਤੇ ਲਿਖ ਕੇ, ਵੈਸੇ ਵੀ ਇਹਨੂੰ ਪ੍ਰੈਕਟਿਸ ਵੀ ਕਰ ਲੈਣਾ ਚਾਹੀਦਾ। ਇਹ ਤਾਂ ਤੁਹਾਨੂੰ ਰਟੇ ਹੋਣੇ ਚਾਹੀਦੇ ਨੇ, ਤੁਹਾਡੀਆਂ ਫਿੰਗਰ ਟਿਪਸ ਤੇ ਹੋਣੇ ਚਾਹੀਦੇ ਨੇ ਜੀ ਮੈਮ, ਕਿਉਂਕਿ ਰਿਜ਼ਿਊਮੇ ਜਿਹੜਾ ਆ ਉਹ ਬਹੁਤ ਅਹਿਮ ਆ। ਤੇ ਇੱਕ ਆਪਾਂ ਇਸ ਬਾਰੇ ਇੱਕ ਹੋਰ ਗੱਲ ਕਿ ਸਕੈਨਡ ਜਿਹੜੇ ਸਾਡੇ ਸਿਗਨੇਚਰ ਆ ਉਹ ਬੱਚੇ ਦੇ ਕੋਲ ਜ਼ਰੂਰ ਹੋਣੇ ਚਾਹੀਦੇ। ਹਾਂ ਸਰ, ਇਹ ਵੀ ਬੜੀ ਵਾਰ ਦੇਖਣ ਵਿੱਚ ਆਇਆ ਬੇਟਾ, ਇਹ ਵੀ ਬਹੁਤ ਵਾਰ ਦੇਖਣ ਚ ਆਇਆ। ਸਿਗਨੇਚਰ ਉੱਥੇ ਜਦੋਂ ਅਪਲਾਈ ਕਰਨ ਵੇਲੇ ਹੋਰ ਕੀਤੇ ਹੁੰਦੇ ਨੇ ਸਰ, ਜਦੋਂ ਉੱਥੇ ਕਰਵਾਉਂਦੇ ਨੇ ਮੌਕੇ ਤੇ ਉਹ ਕਈ ਵਾਰ ਉਹ ਡਿਫਰੈਂਟ ਕਰਦੇ ਨੇ, ਬੱਚੇ ਮੈਚ ਹੀ ਨਹੀਂ ਹੁੰਦੇ। ਔਰ ਇਹ ਚੀਜ਼ਾਂ ਸ਼ੱਕ ਦਾ ਫਿਰ ਘੇਰੇ ਵਿੱਚ ਆਉਂਦਾ ਵਿਦਿਆਰਥੀ। ਸੋ ਇਹ ਚੀਜ਼ ਤੋਂ ਬਚ ਕੇ ਰਹਿਣਾ ਬੇਟਾ। ਆਪਣਾ ਦੇਖੋ, ਜਿੰਨਾ ਆਪਣੇ ਆਪ ਨੂੰ ਸਮੇਟ ਕੇ ਰੱਖੋਗੇ, ਇੱਕ ਨੰਬਰ ਰੱਖੋ ਮੋਬਾਈਲ ਦਾ, ਇੱਕ ਆਪਣੀ ਈਮੇਲ ਰੱਖੋ ਐਕਟੀਵੇਟ ਕਰਕੇ, ਠੀਕ ਹੈ। ਆਪਣੇ ਇਹ ਜਿਹੜੇ ਨਾਮ, ਆਪਣੇ ਮਾਤਾ ਪਿਤਾ ਦਾ ਨਾਮ, ਆਪਣੇ ਐਡਰੈਸ, ਪਿੰਨ ਕੋਡ, ਇਹਨਾਂ ਸਭ ਦੀ ਜਾਣਕਾਰੀ ਰੱਖੋ,
ਕਿਉਂਕਿ ਹੋਰ ਫालतू ਦੀਆਂ ਗੱਲਾਂ ਨਾਲੋਂ ਇਹਨਾਂ ਵੱਲ ਧਿਆਨ ਦੇਵਾਂਗੇ ਤਾਂ ਜ਼ਿਆਦਾ ਫਾਇਦੇ 'ਚ ਰਵਾਂਗੇ। ਬਿਲਕੁਲ ਮੈਮ, ਬਿਲਕੁਲ। ਸੋ ਸਰ, ਅੱਗੇ ਮੈਂ ਇਹੀ ਜਾਣਨਾ ਚਾਹੂੰਗੀ ਕਿ ਪੰਜਾਬ ਪੁਲਿਸ ਅਤੇ ਆਰਮੀ ਵਿੱਚ ਅਪਲਾਈ ਕਰਨ ਲਈ ਜੀ ਸਾਨੂੰ ਮੁੱਖ ਤੌਰ ਤੇ ਦਸਤਾਵੇਜ਼ ਕਿਹੜੇ ਚਾਹੀਦੇ ਨੇ? ਜੀ ਮੈਮ, ਕਿਉਂਕਿ ਆਪਣਾ ਅੱਜ ਦਾ ਇਹ ਸੈਸ਼ਨ ਜਿਹੜਾ ਹੈਗਾ ਇਸੇ ਬਾਰੇ ਚ ਜ਼ਿਆਦਾ ਹੈਗਾ ਕਿ ਕਿਹੜੇ ਕਿਹੜੇ ਦਸਤਾਵੇਜ਼ ਚਾਹੀਦੇ ਨੇਗੇ, ਕਿਉਂਕਿ ਇਹਦੇ ਬਾਰੇ ਵੀ ਬੜੇ ਬੱਚੇ ਕਨਫਿਊਜ਼ ਹੁੰਦੇ ਨੇ ਜੀ। ਜਦੋਂ ਤਾਂ ਮੈਮ ਆਪਾਂ ਪੰਜਾਬ ਪੁਲਿਸ ਦੀ ਜਾਂ ਆਰਮੀ ਦੀ ਗੱਲ ਕਰਦੇ ਆ, ਅਪਲਾਈ ਕਰਨ ਵਾਸਤੇ ਜੋ ਬੇਸਿਕ ਸਰਟੀਫਿਕੇਟ ਨੇ, ਸਭ ਤੋਂ ਪਹਿਲਾਂ ਤਾਂ ਆਰਮੀ ਵਾਸਤੇ ਤਾਂ 10ਵੀਂ ਦਾ ਚਾਹੀਦਾ ਹੀ ਚਾਹੀਦਾ, ਕਿਉਂਕਿ 10ਵੀਂ ਬੇਸ ਆ। ਅੱਛਾ ਜੀ। ਅਪਲਾਈ ਕਰਨ ਵਾਸਤੇ 10ਵੀਂ ਹੋਣੀ ਜ਼ਰੂਰੀ ਆ, 10ਵੀਂ ਦਾ ਪਾਸ ਹੋਣਾ ਜ਼ਰੂਰੀ ਹੈ। ਜੇਕਰ ਆਪਾਂ ਪੰਜਾਬ ਪੁਲਿਸ ਦੀ ਕਰਦੇ ਆ ਤਾਂ ਐਜੂਕੇਸ਼ਨ ਵਾਸਤੇ +2 ਦਾ ਜ਼ਰੂਰੀ ਆ, ਕਿਉਂਕਿ ਐਜੂਕੇਸ਼ਨ ਜਿਹੜੀ ਸਿੱਖਿਆ ਆ ਉਹ 12ਵੀਂ ਪਾਸ ਹੋਣੀ ਚਾਹੀਦੀ ਆ। ਪਰ ਪੰਜਾਬ ਪੁਲਿਸ ਦੀ ਭਰਤੀ ਵਾਸਤੇ 10ਵੀਂ ਦਾ ਸਰਟੀਫਿਕੇਟ ਵੀ ਜ਼ਰੂਰੀ ਆ। ਕਾਰਨ ਇੱਕ ਤਾਂ ਜਨਮ ਸਰਟੀਫਿਕੇਟ ਦੇ ਤੌਰ ਤੇ ਇਹ ਵੈਲਿਡ ਹੁੰਦਾ। ਬਿਲਕੁਲ ਬਿਲਕੁਲ। ਦੂਸਰਾ, ਪੰਜਾਬ ਵਿੱਚ ਕਿਉਂਕਿ ਪੰਜਾਬ ਪੁਲਿਸ ਦੀ ਭਰਤੀ ਆ ਤੇ ਬਹੁਤੀਆਂ ਭਰਤੀਆਂ ਦੇ ਵਾਸਤੇ ਪੰਜਾਬੀ ਪੜ੍ਹੇ ਹੋਣਾ ਜ਼ਰੂਰੀ ਆ। ਬਿਲਕੁਲ ਬਿਲਕੁਲ। ਤੇ ਪੰਜਾਬੀ ਨੂੰ ਰੀਪ੍ਰੈਜ਼ੈਂਟ ਕਰਨ ਵਾਸਤੇ ਵੀ 10ਵੀਂ ਦਾ ਸਰਟੀਫਿਕੇਟ ਜਿਹੜਾ ਆ ਉਹ ਵੈਲਿਡ ਮੰਨਿਆ ਜਾਂਦਾ। ਸੋ ਬੇਟਾ, ਤੁਸੀਂ ਆਪਣੇ ਸਾਰੇ ਜਿਹੜੇ ਸਰਟੀਫਿਕੇਟ ਹੈ, ਖਾਸ ਕਰ ਜਿਵੇਂ 10ਵੀਂ ਦਾ, ਜਿਵੇਂ ਸਰ ਨੇ ਕਿਹਾ 10ਵੀਂ ਦਾ, 12ਵੀਂ ਦਾ, 8ਵੀਂ ਦਾ, ਇਹ ਜਿਹੜੀਆਂ ਮੇਨ ਕਲਾਸਾਂ ਨੇ ਬੇਟਾ, 8ਵੀਂ ਕਲਾਸ ਹੈ, 10ਵੀਂ ਕਲਾਸ ਹੈ, 12ਵੀਂ ਕਲਾਸ ਹੈ, ਇਹਨਾਂ ਦੇ ਸਰਟੀਫਿਕੇਟ ਜਿਹੜੇ ਨੇ ਤੁਹਾਡੇ ਕੋਲੇ ਹੋਣੇ ਚਾਹੀਦੇ ਨੇ। ਇਹਨਾਂ ਨੂੰ ਇੱਕ ਜਗ੍ਹਾ ਸੰਭਾਲ ਕੇ ਰੱਖੋ, ਕਿਉਂਕਿ ਕਈ ਵਾਰ ਮੈਂ ਦੇਖਣ ਚ ਆਇਆ ਕਿ ਵਿਦਿਆਰਥੀਆਂ ਨੂੰ ਪੁੱਛੀਦਾ ਬੇਟਾ ਤੁਹਾਡੀ ਡਿਟੇਲ ਮਾਰਕਸ ਕਾਰਡ ਲਿਆ ਕੇ ਦਿਖਾਓ ਜੀ, ਉਹਦੀ ਕਾਪੀ ਦਿਓ, ਤਾਂ ਉਹ ਕਹਿੰਦੇ ਨੇ ਜੀ ਸਾਨੂੰ ਲੱਭਦਾ ਨਹੀਂ, ਹਲੇ ਲੱਭਣਾ ਹੈ ਜੀ ਜੀ। ਐਨੇ ਬੇਟਾ ਆਪਣੇ ਕੋਲ ਕਿੰਨੇ ਸਰਟੀਫਿਕੇਟ ਹੁੰਦੇ ਨੇਗੇ, ਗਿਣਤੀ ਦੇ ਤਾਂ ਸਰਟੀਫਿਕੇਟ ਹੁੰਦੇ ਨੇ, ਤੇ ਜੇ ਉਹ ਵੀ ਸਾਨੂੰ ਮੌਕੇ ਤੇ ਲੱਭਦੇ ਨਹੀਂ, ਠੀਕ ਹੈ ਨਾ। ਔਰ ਮੈਂ ਤਾਂ ਰੈਦਰ ਇਹ ਵੀ ਸੁਜੈਸਟ ਕਰੂੰਗੀ ਕਿ ਇਹ ਜਿੰਨੇ ਵੀ ਸਰਟੀਫਿਕੇਟ ਹੁੰਦੇ ਨੇ, ਇਹਨਾਂ ਦੇ ਉੱਪਰ ਨਾ ਸਾਡੇ ਰੋਲ ਨੰਬਰ ਦਿੱਤੇ ਹੁੰਦੇ ਨੇ, ਸੀਰੀਅਲ ਨੰਬਰ ਦਿੱਤੇ ਹੁੰਦੇ ਨੇ, ਉਹਨਾਂ ਨੂੰ ਕਿਸੇ ਡਾਇਰੀ ਵਿੱਚ ਲਿਖ ਕੇ ਜ਼ਰੂਰ ਰੱਖੋ, ਕਿਉਂਕਿ ਨਾ ਜਾਣੇ ਕਿਤੇ ਗੁਆਚ ਜਾਣ, ਕਿਧਰੇ ਕੋਈ ਐਦਾਂ ਦੀ ਅਣਹੋਣੀ ਹੋ ਜਾਵੇ, ਘੱਟ ਤੋਂ ਘੱਟ ਤੁਹਾਡੇ ਉਹ ਸੀਰੀਅਲ ਨੰਬਰ ਨਾਲ ਤੁਸੀਂ ਸੌਖੇ ਤਰੀਕੇ ਨਾਲ ਉਹਨੂੰ ਹਾਸਲ ਕਰ ਸਕਦੇ ਹੋ ਦੁਬਾਰਾ। ਠੀਕ ਹੈ। ਸੋ ਇਹ ਚੀਜ਼ ਦਾ ਬਿਲਕੁਲ ਸਾਰੇ ਬੱਚਿਆਂ ਨੇ ਧਿਆਨ ਰੱਖਣਾ ਹੈ। ਆਪਣਾ 8ਵੀਂ ਦਾ ਸਰਟੀਫਿਕੇਟ, ਆਪਣਾ 10ਵੀਂ ਦਾ ਸਰਟੀਫਿਕੇਟ ਤੇ 12ਵੀਂ ਦਾ, ਜਿਵੇਂ ਸਰ ਨੇ ਕਿਹਾ 10ਵੀਂ ਤੇ 12ਵੀਂ ਦਾ ਤਾਂ ਬਹੁਤ ਜ਼ਰੂਰੀ ਹੈ ਜੀ ਜੀ। ਸੋ ਇਹ ਆਪਣੇ ਸਰਟੀਫਿਕੇਟ ਤੁਸੀਂ ਸੰਭਾਲ ਕੇ ਰੱਖਣੇ ਨੇਗੇ, ਔਰ ਉਹਨਾਂ ਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ, ਤੁਹਾਡਾ ਰੋਲ ਨੰਬਰ ਕਿੰਨਾ ਹੈ, ਤੁਹਾਡਾ ਉਹ ਕਿੰਨਾ ਹੈ ਜੀ ਮੈਮ। ਨਾਲ 10ਵੀਂ ਤੋਂ ਬਾਅਦ +2 ਦਾ ਸਰਟੀਫਿਕੇਟ ਜਿਹੜਾ ਆ ਸਾਡੀ ਪੰਜਾਬ ਪੁਲਿਸ ਵਾਸਤੇ ਜਿਹੜੀ ਆ ਐਜੂਕੇਸ਼ਨ ਵਾਸਤੇ ਬਹੁਤ ਜ਼ਰੂਰੀ ਆ ਸ਼ੋ ਕਰਨ ਵਾਸਤੇ। ਤੇ ਨਾਲ ਕਰੈਕਟਰ ਸਰਟੀਫਿਕੇਟ ਜਿਹੜਾ ਆ ਉਹ 2 ਤਰ੍ਹਾਂ ਦਾ ਹੁੰਦਾ ਆ ਬੱਚਿਓ। ਇੱਕ ਸਾਨੂੰ ਸਕੂਲ ਤੋਂ ਮਿਲਦਾ ਆ, ਇੱਕ ਅਸੀਂ ਆਪਣੇ ਪਿੰਡ ਦੇ ਸਰਪੰਚ ਤੋਂ ਤਿਆਰ ਕਰਵਾਉਣਾ ਹੁੰਦਾ ਆ, ਕਿਉਂਕਿ ਸਾਡਾ ਜਿਹੜਾ ਸਕੂਲ ਦਾ ਕਰੈਕਟਰ ਆ, ਸਕੂਲ ਵਿੱਚ ਅਸੀਂ ਬਹੁਤ ਵਿਚਰਦੇ ਆ ਮੈਮ, ਤੇ ਜਦੋਂ ਸਕੂਲ ਵਿੱਚ ਸਾਨੂੰ ਆਬਜ਼ਰਵ ਟੀਚਰ ਕਰਦੇ ਨੇ ਤਾਂ ਉਹ ਸਕੂਲ ਤੋਂ ਮਿਲਦਾ। ਪਿੰਡ ਵਿੱਚ ਸਾਨੂੰ ਸਰਪੰਚ MC ਆਬਜ਼ਰਵ ਕਰਦੇ ਨੇ ਤਾਂ ਅਸੀਂ ਉਹ ਸਰਟੀਫਿਕੇਟ ਜਿਹੜਾ ਆ ਉਹ ਨਾਲ ਨੱਥੀ ਕਰਨਾ ਹੁੰਦਾ ਹੈ। ਸੋ ਬੇਟਾ ਦੇਖ ਲਿਆ, ਤੁਹਾਡਾ ਜਿਹੜਾ ਕੈਰੈਕਟਰ ਹੈ ਇਹ ਵੀ ਬਹੁਤ ਮਾਇਨੇ ਰੱਖਦਾ। ਜਿੱਥੇ ਕਿਤੇ ਵੀ ਤੁਸੀਂ ਨੌਕਰੀਆਂ ਲਈ ਜਾਓਗੇ, ਚਾਹੇ ਦਾਖਲਿਆਂ ਲਈ ਜਾਓਗੇ, ਤੁਹਾਡਾ ਕੈਰੈਕਟਰ ਸਰਟੀਫਿਕੇਟ ਪਹਿਲਾਂ ਪੁੱਛਿਆ ਜਾਏਗਾ। ਇਹ ਤੁਸੀਂ ਆਰਾਮ ਨਾਲ ਹੋ ਜਦ ਤੱਕ ਤੁਸੀਂ 12ਵੀਂ ਕਲਾਸ ਕਰ ਰਹੇ ਹੋ, ਸਕੂਲ ਦੇ ਵਿੱਚ ਹੀ ਬੈਠੇ ਹੋ। ਜਦੋਂ ਤੁਸੀਂ ਸਕੂਲ ਤੋਂ ਬਾਹਰ ਜਾਓਗੇ ਤਾਂ ਉਹ ਕਹਿਣਗੇ ਸਾਬਿਤ ਕਰੋ ਕਿ ਤੁਹਾਡਾ ਕੈਰੈਕਟਰ ਸਹੀ ਹੈ। ਬਿਲਕੁਲ ਜੀ, ਬਿਲਕੁਲ। ਠੀਕ ਹੈ ਜੀ, ਹਾਂ। ਤਾਂ ਸਿਰਫ ਸਕੂਲ ਤੋਂ ਹੀ ਨਹੀਂ, ਤੁਹਾਡੇ ਪਿੰਡ ਦੇ ਸਰਪੰਚ ਤੋਂ ਵੀ ਮੰਗਿਆ ਜਾਏਗਾ। ਭਰਤੀ ਲਈ ਇਹ ਗੱਲ ਵੀ ਜ਼ਰੂਰੀ ਹੈ, ਠੀਕ ਹੈ। ਸੋ ਆਪਣਾ ਬੇਟਾ ਸਲੀਕੇ ਨਾਲ ਰਿਹਾ ਕਰੋ, ਚੰਗੇ ਤਰੀਕੇ ਨਾਲ ਰਹੋ। ਇਹ ਨਾ ਸੋਚੋ ਕਿ ਸਿਰਫ ਪਰਮਾਤਮਾ ਹੀ ਦੇਖਦਾ ਤੁਹਾਨੂੰ, ਦੁਨੀਆ ਵੀ ਦੇਖਦੀ ਹੈ। ਬਿਲਕੁਲ ਜੀ, ਬਿਲਕੁਲ ਮੈਮ, ਬਿਲਕੁਲ। ਤੇ ਨਾਲ ਇਹ ਕਿ ਆਪਾਂ ਨੂੰ ਕੈਟਾਗਰੀ ਸਰਟੀਫਿਕੇਟ ਜਿਹੜਾ ਆ ਉਹ ਵੀ ਬਹੁਤ ਜ਼ਰੂਰੀ ਹੁੰਦਾ ਅਪਲਾਈ ਕਰਨ ਵਾਸਤੇ ਮੈਮ। ਤੇ ਜਦੋਂ ਆਪਾਂ ਬੱਚਿਓ ਖਿਆਲ ਰੱਖਿਓ, ਜਿਹੜੀ BC ਕੈਟਾਗਰੀ ਆ, ਜਦੋਂ ਉਹ ਪੰਜਾਬ ਵਿੱਚ ਅਪਲਾਈ ਕਰੂਗੀ ਤਾਂ ਉਹਦਾ BC ਸਰਟੀਫਿਕੇਟ ਬਣਨਾ। ਜਦੋਂ ਸੈਂਟਰ ਵਾਸਤੇ, ਆਰਮੀ ਵਾਸਤੇ ਜਾਂ ਪੈਰਾਮਿਲਟਰੀ ਵਾਸਤੇ ਅਪਲਾਈ ਕਰਨਾ ਹੈ ਤਾਂ ਉਸ ਵੇਲੇ OBC ਸਰਟੀਫਿਕੇਟ ਬਣਦਾ ਆ। ਓਕੇ ਜੀ, ਇਹ ਬਹੁਤ ਜ਼ਰੂਰੀ ਆ। ਜੇ ਆਪਾਂ ਵੇਲੇ ਨਾਲ ਇਹ ਨੋਟ ਕਰ ਲਵਾਂਗੇ ਤਾਂ ਬਾਅਦ ਵਿੱਚ ਪਛਤਾਉਣਾ ਨਹੀਂ ਪਊਗਾ। ਸੋ ਬੇਟਾ ਧਿਆਨ ਰੱਖਣਾ, ਤੁਸੀਂ ਜਦੋਂ ਪੰਜਾਬ ਲਈ ਅਪਲਾਈ ਕਰਨਾ ਹੈ ਤਾਂ BC ਸਰਟੀਫਿਕੇਟ ਬਣੇਗਾ ਜੀ, ਔਰ ਜਦੋਂ ਸੈਂਟਰ ਦੀਆਂ ਪੋਸਟਾਂ ਲਈ ਅਪਲਾਈ ਕਰਨਾ ਹੈ ਤਾਂ ਉੱਥੇ OBC ਸਰਟੀਫਿਕੇਟ ਬਣੇਗਾ ਜੀ। ਤੇ ਸੋ ਇਹ ਜਾਤੀ ਸਰਟੀਫਿਕੇਟ ਬਣਾ ਲੈਣੇ ਬਹੁਤ ਜ਼ਰੂਰੀ ਨੇ, ਸਮੇਂ ਸਿਰ ਆਪਣੇ ਬਣਾ ਲਓ, ਕਿਉਂਕਿ ਫਿਰ ਕਈ ਵਾਰ ਮੌਕੇ ਤੇ ਬਣਦੇ ਨਹੀਂ ਹੈਗੇ, ਉਸ ਟਾਈਮ ਆਪਾਂ ਦੌੜੇ ਫਿਰਦੇ ਆਂਗੇ। ਬਿਲਕੁਲ, ਠੀਕ ਹੈ ਨਾ। ਔਰ ਰਾਖਵੀਆਂ ਸੀਟਾਂ ਹੁੰਦੀਆਂ ਨੇ ਤਾਂ ਇਹਨਾਂ ਦੀ ਲੋੜ ਤਾਂ ਪੈਂਦੀ ਹੈ ਜੀ। ਬਿਲਕੁਲ ਜੀ। ਤੇ ਐਸੀ ਜਿਹੜੇ ਕੈਟਾਗਰੀ ਆ ਇਹਦੇ ਵਾਸਤੇ ਸੇਮ ਹੀ ਚੱਲਦਾ, ਸੈਂਟਰ ਪੁਲਿਸ ਹੋਵੇ ਬੇਸ਼ੱਕ ਆਪਣੀ ਪੰਜਾਬ ਪੁਲਿਸ ਹੋਵੇ। ਤੇ ਇਸ ਤੋਂ ਇਲਾਵਾ ਜੀ ਡੋਮਿਸਾਈਲ ਦਾ ਸਰਟੀਫਿਕੇਟ ਹੋਣਾ ਵੀ ਬਹੁਤ ਜ਼ਰੂਰੀ ਆ, ਰਿਹਾਇਸ਼ ਦਾ, ਕਿੱਥੇ ਤੁਸੀਂ ਰਹਿਣ ਟਿਕਾਣਾ ਤੁਹਾਡਾ ਕਿਹੜਾ ਆ, ਉਹ ਸਰਟੀਫਿਕੇਟ ਬਹੁਤ ਜ਼ਰੂਰੀ ਮੰਨਿਆ ਜਾਂਦਾ। ਤੇ ਨੋ ਕਲੇਮ ਸਰਟੀਫਿਕੇਟ ਜਿਹੜਾ ਆ ਕਿ
ਕਿਸੇ ਤੇ ਅਸੀਂ ਦਾਵਾ ਨਹੀਂ ਕਰਾਂਗੇ ਸਰਟੀਫਿਕੇਟ ਲੱਗਣ ਦਾ। ਲੱਗਣ ਇਹ ਦਾ ਸਰਟੀਫਿਕੇਟ ਕਿਸੇ ਵੀ ਤਰ੍ਹਾਂ ਬੱਚਿਆਂ ਦੀ ਦੇ ਕੋਈ ਕੋਲ ਕਲੇਮ ਨਹੀਂ ਕਰਾਂਗੇ। ਠੀਕ ਹੈ ਬਿਲਕੁਲ ਜੀ ਹਾਂਜੀ। ਹੋਣਾ ਚਾਹੀਦਾ ਆ। ਤੇ ਅੱਜ ਕੱਲ ਹੁਣ ਕਿਉਂਕਿ ਕੋਵਿਡ-19 ਦਾ ਦੌਰ ਲੰਘ ਕੇ ਗਿਆ ਆ ਜਾਂ ਚੱਲ ਰਿਹਾ ਆ, ਤਾਂ ਇਸ ਵੇਲੇ ਨੋ ਰਿਸਕ ਸਰਟੀਫਿਕੇਟ ਜਿਹੜਾ ਆ ਉਹ ਵੀ ਮੈਮ ਬਹੁਤ ਜ਼ਰੂਰੀ ਕਰ ਦਿੱਤਾ ਗਿਆ ਆ। ਅੱਛਾ ਜੀ ਜੀ, ਨੋ ਰਿਸਕ ਇਹ ਇੱਕ ਕੋਈ ਸਰਟੀਫਿਕੇਟ ਨਵਾਂ ਸਰਟੀਫਿਕੇਟ ਐਡ ਹੋਇਆ ਹੈ? ਜੀ ਮੈਮ, ਇਹੀ ਆ ਕਿਉਂਕਿ ਅਪਡੇਟਡ ਜਿਹੜੀਆਂ ਚੀਜ਼ਾਂ ਨੇ ਹੁੰਦੀਆਂ ਰਹਿੰਦੀਆਂ ਸਮੇਂ-ਸਮੇਂ ਤੇ। ਮੈਂ ਬੱਚਿਆਂ ਮਤਲਬ ਨੂੰ ਰਿਸਕ ਇਹ ਬਿਮਾਰੀ ਦੇ ਪੱਖੋਂ ਵੀ ਬਿਮਾਰੀ ਜੀ, ਤੋਂ ਵੀ ਕੋਈ ਰਿਸਕ ਬਿਲਕੁਲ। ਨਹੀਂ ਹੈ ਸਾਨੂੰ? ਜੀ ਜੀ ਓਕੇ, ਜਾਂ ਬਿਮਾਰੀ ਫੈਲਾਉਣ ਦਾ, ਬਿਮਾਰੀ ਫੈਲਾਉਣ RT-PCR ਜਿਹੜਾ ਆਪਣਾ ਟੈਸਟ ਹੁੰਦਾ ਆ ਉਹ ਨੋ ਰਿਸਕ ਸਰਟੀਫਿਕੇਟ ਦੇ ਤੌਰ ਤੇ ਜਿਹੜਾ ਆ ਉਹਨੂੰ ਮੰਨਿਆ ਸੋ ਜਾਂਦਾ ਹੈ। ਇਹਦਾ ਮਤਲਬ ਭਰਤੀ ਲਈ ਜਦੋਂ ਜਾਣਾ ਹੈਗਾ ਜੀ ਤਾਂ ਇਹ ਟੈਸਟ ਕਰਵਾ ਕੇ ਜਾਣਾ ਹੈ? ਬਿਲਕੁਲ ma'am। RT-PC ਦਾ ਟੈਸਟ ਕਰਵਾ ਕੇ। ਜੀ। ਸੋ ਬੇਟਾ ਧਿਆਨ ਰੱਖਣਾ ਹੈ ਇਸ ਗੱਲ ਦਾ, ਜਦੋਂ ਤੁਸੀਂ ਭਰਤੀ ਦੇ ਲਈ ਜਾਣਾ ਹੈਗਾ ਤਾਂ RT-PC ਦਾ ਟੈਸਟ ਕਰਵਾ ਕੇ ਜਾਣਾ ਹੈ। ਇਹ ਨੋ ਰਿਸਕ ਸਰਟੀਫਿਕੇਟ ਲੈ ਕੇ ਜਾਣਾ ਹੈ। ਇਹ ਵੀ ਬਹੁਤ ਜ਼ਰੂਰੀ ਹੈ। ਇਹ ਅੱਜ ਕਰੋਨਾ ਦੇ ਕਾਰਨ ਹੋ ਗਿਆ ਹੈ, ਠੀਕ ਹੈ। ਸੋ ਇਸ ਚੀਜ਼ ਦਾ ਵੀ ਧਿਆਨ ਰੱਖਣਾ, ਕਿਉਂਕਿ ਕਈ ਵਾਰ ਆਪਾਂ ਸੁੱਤੇ ਹੀ ਉੱਠ ਕੇ ਚਲੇ ਜਾਂਦੇ ਆ ਵੀ ਠੀਕ ਹੈ ਜੀ ਭਰਤੀ ਲਈ ਜਾ ਰਹੇ ਆ। ਸੋ ਬੇਟਾ ਇਹ ਚੀਜ਼ਾਂ ਦਾ ਧਿਆਨ ਰੱਖਣਾ ਹੈ ਤੁਸੀਂ। ਆਪਾਂ ਨੇ ਕਰਨਾ ਕੀ ਹੈਗਾ, ਜਦੋਂ ਆਪਾਂ ਜਾਂਦੇ ਆ ਕਿਸੇ ਵੀ ਭਰਤੀ ਲਈ ਜਾਂ ਕਿਸੇ ਵੀ ਨੌਕਰੀਆਂ ਲਈ ਸਿਲੈਕਟ ਹੋਣ ਲਈ ਜਾਂਦੇ ਆ ਇੰਟਰਵਿਊ ਲਈ, ਤਾਂ ਸਾਨੂੰ ਉਹਦੀ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਉੱਥੇ ਕੀ ਕੀ ਮੰਗਿਆ ਜਾਣਾ ਹੈ। ਉਹਦੀ ਪੂਰੀ ਤਿਆਰੀ ਨਾਲ ਜਾਓ। ਇਹ ਨਹੀਂ ਕਿ ਆਪਾਂ ਜਿਵੇਂ ਮਾਰਕੀਟ ਘੁੰਮਣ ਜਾਂਦੇ ਆ ਉਸ ਤਰ੍ਹਾਂ ਉੱਠ ਕੇ ਚਲੇ ਗਏ। ਜਾਂਦੇ ਆ ਬਹੁਤ ਸਾਰੇ ਬੱਚੇ, ਮੈਂ ਦੇਖਿਆ ਸਾਡੇ ਕੋਲ ਵੀ ਆਉਂਦੇ ਨੇ ਕਈ ਵਾਰ, ਜਦੋਂ ਇੰਟਰਵਿਊ ਦੇਣ ਲਈ ਆਉਂਦੇ ਨੇ ਸਰ, ਜਾਂ ਕੋਈ ਹੋਰ ਕਿਸੇ ਕੰਮ ਲਈ ਸਕੂਲ ਵਿੱਚ ਵੀ ਆਉਂਦੇ ਨੇ ਨਾ, ਜੀ 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 ਕਹਿਣਗੇ ਜੀ ਮੈਡਮ ਸਾਨੂੰ ਆਹ ਸਰਟੀਫਿਕੇਟ ਚਾਹੀਦਾ। ਜੇ ਅਸੀਂ ਕਹੀਏ ਵੀ ਬੇਟਾ ਠੀਕ ਹੈ ਸਾਨੂੰ ਅਰਜ਼ੀ ਲਿਖ ਕੇ ਦਿਓ ਜਾਂ ਐਪਲੀਕੇਸ਼ਨ ਲਿਖ ਕੇ ਦਿਓ, ਅੱਗੋਂ ਮੈਡਮ ਪੇਪਰ ਦੇ ਦਿਓ ਜੀ। ਮਤਲਬ ਬੇਟਾ ਦੇਖੋ ਇਸ ਚੀਜ਼ ਦਾ ਕੋਈ ਬਹੁਤਾ ਵਧੀਆ ਪ੍ਰਭਾਵ ਨਹੀਂ ਪੈਂਦਾ। ਤੁਸੀਂ ਅਗਲੇ ਬੰਦੇ ਤੋਂ ਹੀ ਪੇਪਰ ਮੰਗਦੇ ਹੋ, ਠੀਕ ਹੈ। ਜੇ ਅਸੀਂ ਪੇਪਰ ਦੇ ਦਈਏ ਤੇ ਫਿਰ ਕਹਿਣਗੇ ਮੈਡਮ ਪੈਨ ਹੈਗਾ ਜੀ। ਜੀ ਦੇਖੋ ਬੇਟਾ ਇਹ ਤਾਂ ਤੁਹਾਡੇ ਮੁੱਢਲੇ ਹਥਿਆਰ ਨੇ। ਤੁਸੀਂ ਆਪਣੇ ਸਰਟੀਫਿਕੇਟਾਂ ਦੇ ਨਾਲ 4-5 ਜਿਹੜੀਆਂ ਸ਼ੀਟਾਂ ਜਿਹੜੀਆਂ ਹੈਗੀਆਂ ਨੇ ਲੈ ਕੇ ਜਾਓ, ਬਲੈਂਕ ਸ਼ੀਟਾਂ। ਤੁਹਾਨੂੰ ਕੀ ਪਤਾ ਕਿੱਥੇ ਲੋੜ ਪੈ ਜੇ ਕੁਝ ਲਿਖਣ ਜੀ ਦੀ। ਮੈਮ, ਪੈਨ ਲੈ ਕੇ ਜਾਓ 2-3, ਰੈੱਡ ਵੀ ਲੈ ਕੇ ਜਾਓ, ਬਲੈਕ ਵੀ ਲੈ ਕੇ ਜਾਓ ਤੇ ਬਲੂ ਵੀ ਲੈ ਕੇ ਜਾਓ। ਜੀ ਸਾਨੂੰ ਇਹ ਸਭ ਤਰ੍ਹਾਂ ਦੀ ਲੋੜ ਪੈਂਦੀ ਹੈਗੀ ਹੈ, ਠੀਕ ਹੈ। ਸੋ ਆਪਣੀ ਪੂਰੀ ਤਿਆਰੀ ਦੇ ਨਾਲ ਜਾਣਾ ਹੁੰਦਾ ਬੇਟਾ। ਜਿਵੇਂ ਸਰ ਦੱਸ ਰਹੇ ਨੇ, ਧਿਆਨ ਦਿਓ ਇਹਨਾਂ ਗੱਲਾਂ ਵੱਲ। ਜੀ ਪਿਆਰੇ ਬੱਚਿਓ, ਇੱਕ ਚੀਜ਼ ਤੁਸੀਂ ਨੋਟ ਕੀਤੀ ਕਿ ਰੈਜ਼ੀਡੈਂਸ ਸਰਟੀਫਿਕੇਟ ਜਿਹੜਾ ਆ ਇਹ ਜਦੋਂ ਆਪਾਂ ਪੰਜਾਬ ਪੁਲਿਸ ਵਾਸਤੇ ਅਪਲਾਈ ਕਰਦੇ ਆ ਉਸ ਵੇਲੇ ਜ਼ਰੂਰੀ ਹੁੰਦਾ, ਠੀਕ ਹੈ ਜੀ। ਤੇ ਜਦੋਂ ਆਪਾਂ ਆਰਮੀ ਵਿੱਚ ਅਪਲਾਈ ਕਰਨਾ ਤਾਂ ਅਨਮੈਰਿਡ ਸਰਟੀਫਿਕੇਟ ਜਿਹੜਾ ਆ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਆ। ਤੁਸੀਂ ਕੁਆਰੇ ਹੋ, ਇਹ ਸਰਟੀਫਿਕੇਟ ਜਿਹੜਾ ਆ ਆਰਮੀ ਵਿੱਚ ਅਪਲਾਈ ਕਰਨ ਲਈ ਬਹੁਤ ਅਹਿਮ ਆ ਮੈਮ। ਇਸ ਤੋਂ ਬਿਨਾ ਜਦੋਂ ਅਪਲਾਈ ਕਰਦੇ ਆ ਤਾਂ ਇਹ ਖਾਮੀ ਸਮਝੀ ਜਾਂਦੀ। ਮਤਲਬ ਮੈਰਿਡ ਪਰਸਨ ਅਪਲਾਈ ਨਹੀਂ ਕਰ ਸਕਦਾ, ਅਨਮੈਰਿਡ? ਕਿਉਂਕਿ ਦੇਸ਼ ਦੀ ਸੁਰੱਖਿਆ ਵਾਸਤੇ, ਰੱਖਿਆ ਵਾਸਤੇ ਨੌਜਵਾਨ ਜਾ ਰਿਹਾ ਆ ਤਾਂ ਉਹ ਪਹਿਲਾਂ ਅਨਮੈਰਿਡ ਹੋਣਾ ਚਾਹੀਦਾ। ਅਨਮੈਰਿਡ ਹੋਣਾ ਚਾਹੀਦਾ, ਬਿਲਕੁਲ ਬਿਲਕੁਲ। ਸੋ ਬੇਟਾ ਇਸ ਚੀਜ਼ ਦਾ ਵੀ ਧਿਆਨ ਰੱਖਣਾ ਹੈ ਤੁਸੀਂ, ਠੀਕ ਹੈ ਨਾ। ਸੋ ਅਨਮੈਰਿਡ ਦਾ ਸਰਟੀਫਿਕੇਟ ਜਿਹੜਾ ਹੈਗਾ ਉਹ ਵੀ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਜੀ। ਆਪਾਂ ਬੱਚਿਓ ਹੁਣ 10ਵੀਂ ਦਾ ਸਰਟੀਫਿਕੇਟ, 12ਵੀਂ ਦਾ ਸਰਟੀਫਿਕੇਟ, ਕੈਟਾਗਰੀ ਸਰਟੀਫਿਕੇਟ, ਨੋ ਕਲੇਮ ਸਰਟੀਫਿਕੇਟ, ਨੋ ਰਿਸਕ ਸਰਟੀਫਿਕੇਟ, ਅਨਮੈਰਿਡ ਸਰਟੀਫਿਕੇਟ, ਵੱਖ-ਵੱਖ ਜਿਹੜੇ ਇਹ ਸਰਟੀਫਿਕੇਟ ਨੇ, ਨੋਟ ਤੁਸੀਂ ਕਰ ਲਏ ਹੋਣਗੇ। ਮੈਨੂੰ ਤੁਹਾਡੇ ਤੇ ਯਕੀਨ ਆ ਕਿਉਂਕਿ ਤੁਸੀਂ ਬਹੁਤ ਸੁਚੇਤ ਬੱਚੇ ਹੋ ਤੇ ਇਸ ਕਰਕੇ ਇਹ ਸਰਟੀਫਿਕੇਟ ਬਾਰੇ ਅੱਗੇ ਹਜੇ ਗੱਲ ਚੱਲ ਰਹੀ ਆ। ਨਾਲੋਂ ਨਾਲ ਸੁਣਦੇ ਜਾਓ ਤੇ ਆਪਾਂ ਮੈਮ ਤੋਂ ਸਵਾਲ ਲੈਂਦੇ ਆ। ਜੀ ਮੈਮ। ਹਾਂਜੀ ਸਰ ਮੈਂ ਤੁਹਾਨੂੰ ਇਹ ਕਹੂੰਗੀ, ਬਿਲਕੁਲ ਤੁਸੀਂ ਥੋੜੀ ਜਿਹੀ ਮੁੱਢਲੀ ਜਾਣਕਾਰੀ ਸਾਨੂੰ ਦੇ ਦਿੱਤੀ, ਪਰ ਫਿਰ ਵੀ ਸਰ ਮੈਂ ਦੁਬਾਰਾ ਚਾਹੂੰਗੀ ਤੁਹਾਡੇ ਤੋਂ ਵੀ ਨੋ ਰਿਸਕ ਸਰਟੀਫਿਕੇਟ ਬਾਰੇ ਥੋੜੀ ਜਿਹੀ ਡਿਟੇਲ ਦੇ ਵਿੱਚ ਸਾਨੂੰ ਦੱਸ ਦਿਓ। ਜੀ ਮੈਮ। ਜਦੋਂ ਸਮੇਂ-ਸਮੇਂ ਤੇ ਕੋਈ ਕਰੋਪੀ ਆਉਂਦੀ ਆ ਜਾਂ ਕੋਈ ਜਿਵੇਂ ਕੋਵਿਡ-19 ਦਾ ਦੌਰ ਲੰਘ ਕੇ ਗਿਆ ਤਾਂ ਸਾਰਾ ਹੀ ਸੰਸਾਰ ਜਿਹੜਾ ਆ ਉਹ ਬੜੀਆਂ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਸੀਗਾ। ਬਿਲਕੁਲ। ਇਸ ਕਰਕੇ ਹਰ ਭਰਤੀ, ਹਰ ਵਿਭਾਗ ਇਹ ਚਾਹੁੰਦਾ ਆ ਕਿ ਬਚਾਅ ਹੋ ਸਕੇ, ਜਿੰਨਾ ਵੀ ਹੋ ਸਕੇ। ਬਿਲਕੁਲ, ਇਹ ਲਾਗ ਦੀ ਬਿਮਾਰੀ ਹੈ ਜੀ, ਤਾਂ ਦੇਖੋ ਜਿੰਨਾ ਵੀ ਬਚਾਅ ਹੋ ਜਾਏਗਾ ਜੀ, ਜਿੰਨੀ ਵੀ ਆਪਾਂ ਪ੍ਰੀਕਾਸ਼ਨ ਲੈ ਸਕਾਂਗੇ, ਪ੍ਰੀਕਾਸ਼ਨ ਇਜ਼ ਬੈਟਰ ਦੈਨ ਕਿਉਰ ਜਿਵੇਂ ਕਹਿੰਦੇ ਨੇਗੇ, ਆਮ ਕਹਾਵਤ ਹੈ। ਤਾਂ ਜਿੰਨੀ ਵੀ ਆਪਾਂ ਬੇਟਾ ਪ੍ਰੀਕਾਸ਼ਨ ਲੈ ਸਕਾਂਗੇ ਕਿ ਇਹ ਨਾ ਹੋਵੇ ਕਿ ਅਸੀਂ ਉੱਥੇ ਭਰਤੀ ਲਈ ਜਾਈਏ ਤੇ 10 ਬੰਦਿਆਂ ਨੂੰ ਬਿਮਾਰੀਆਂ ਫੈਲਾ ਕੇ ਆ ਜੀ। ਆਪਾਂ ਸੁਣਦੇ ਆ ਖਬਰਾਂ ਦੇ ਵਿੱਚ ਕਿ ਉਹ ਪਰਸਨ ਅਫੈਕਟਡ ਸੀ ਤੇ ਉੱਥੇ ਮੈਰਿਜ ਪਾਰਟੀ ਵਿੱਚ ਗਿਆ ਜਾਂ ਉੱਥੇ ਗਿਆ ਤਾਂ ਕਿਤੇ ਵੀ ਗਿਆ ਤਾਂ ਉਹ ਆਪਣੇ ਬਿਮਾਰੀ ਫੈਲਾਉਣ ਦਾ ਸਮਾਜ ਦੇ ਲਈ ਸੁਰੱਖਿਅਤ ਚੀਜ਼ ਨਹੀਂ ਹੈਗੀ। RT-PCR ਦਾ ਟੈਸਟ ਜਿਹੜਾ ਹੁੰਦਾ ਆ ਇਹਨੂੰ ਹੀ ਨੋ ਰਿਸਕ ਸਰਟੀਫਿਕੇਟ ਦੇ ਤੌਰ ਤੇ ਆਪਾਂ ਲੈ ਕੇ ਜਾਣਾ ਹੁੰਦਾ ਆ। ਕਰੀਬ ਇਹ ਕਿਸੇ ਵੀ ਲੈਬ ਤੋਂ, ਜਿਹੜਾ ਮੈਡੀਕਲ ਲੈਬ ਤੋਂ ਆਪਾਂ ਆਪਣਾ ਟੈਸਟ ਕਰਵਾ ਕੇ ਸਰਟੀਫਿਕੇਟ ਬਣਾ ਕੇ ਲੈ ਕੇ ਜਾ ਸਕਦੇ। ਓਕੇ ਬੇਟਾ, ਸੋ ਇਸ ਗੱਲ ਦਾ ਧਿਆਨ ਰੱਖਣਾ ਹੈ ਜਦੋਂ ਵੀ ਕਿਸੇ ਦੇਖੋ ਉਹਦੇ ਲਈ ਜਾਣਾ ਹੈਗਾ, ਕਿਸੇ ਵੀ ਭਰਤੀ ਲਈ ਜਾਣਾ ਹੈ, ਕਿਸੇ ਇੰਟਰਵਿਊ ਲਈ ਜਾਣਾ ਹੈ, ਤਾਂ ਇਹ ਆਪਣਾ ਸਰਟੀਫਿਕੇਟ ਪਹਿਲਾਂ ਹੀ ਲੈ ਕੇ ਜਾਓ, ਬਜਾਏ ਇਸ ਦੇ ਕਿ ਉੱਥੇ ਜਾ ਕੇ ਤੁਹਾਨੂੰ ਉਹ ਰਿਜੈਕਟ ਕਰ ਦੇਣ ਇਸ ਚੀਜ਼ ਲਈ ਜਾਂ ਤੁਹਾਨੂੰ ਵਾਪਸ ਭੇਜ ਦੇਣ ਕਿ ਪਹਿਲਾਂ ਜੇ ਜਾ ਕੇ ਆ ਕਰਵਾ ਕੇ ਆਓ, ਠੀਕ ਹੈ ਨਾ।
ਸੋ ਇਸ ਗੱਲ ਦਾ RTPC ਦਾ ਟੈਸਟ ਜਿਹੜਾ ਹੈਗਾ ਤੁਸੀਂ ਕਰਵਾ ਕੇ ਜਾਣਾ ਹੈ ਔਰ ਉਹ ਸਰਟੀਫਿਕੇਟ ਨਾਲ ਲੈ ਕੇ ਜਾਣਾ ਹੈ ਕਿ ਤੁਹਾਡੇ ਕਾਰਨ ਕੋਈ ਬਿਮਾਰੀ ਨਹੀਂ ਫੈਲ ਸਕਦੀ ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਰਿਸਕ ਨਹੀਂ ਹੈ ਜਿਹੜੇ ਹੋਰ ਤੁਹਾਡੇ ਆਲੇ ਦੁਆਲੇ ਵਿਅਕਤੀ ਨੇਗੇ। ਕਿਉਂਕਿ ਬੇਟਾ ਲਾਗ ਦੀ ਬਿਮਾਰੀ ਪਿੱਛੇ ਆਪਾਂ ਨੇ ਕਰੋਨਾ ਦਾ ਦੇਖਿਆ ਹੀ ਹੈ, ਕਿੰਨਾ ਕਹਿਰ ਉਸ ਚੀਜ਼ ਨੇ ਵਰਤਾਇਆ ਹੈਗਾ। ਸੋ ਇਸ ਚੀਜ਼ ਦੇ ਬਚਾਅ ਤਾਂ ਪਹਿਲਾਂ ਜ਼ਰੂਰੀ ਹੈ। ਜੀ ਬਿਲਕੁਲ ਮੈਮ। ਬਿਲਕੁਲ ਸਰ ਅਗਲਾ ਜਿਹੜਾ ਹੈਗਾ ਇੱਕ ਕੈਰੈਕਟਰ ਸਰਟੀਫਿਕੇਟ ਬਾਰੇ ਵੀ ਦੁਬਾਰਾ ਦੱਸ ਦਿਓ ਸਰ। ਜੀ ਮੈਮ। ਕਿਉਂਕਿ ਕੈਰੈਕਟਰ ਸਰਟੀਫਿਕੇਟ ਤੁਸੀਂ ਕਿਹਾ ਵੀ 2 ਤਰ੍ਹਾਂ ਦੇ ਚਾਹੀਦੇ ਨੇ। ਜੀ ਸਾਨੂੰ ਇੱਕ ਦਾ ਤਾਂ ਪਤਾ ਹੈ ਸਕੂਲੋਂ ਮਿਲ ਜਾਂਦਾ ਹੈ। ਜੀ ਬਿਲਕੁਲ ਠੀਕ ਹੈ ਜੀ ਮੈਮ। ਜਿਹੜਾ ਕਰੈਕਟਰ ਸਰਟੀਫਿਕੇਟ ਨੇ ਇਹ ਅਸਲ ਵਿੱਚ ਜਦੋਂ ਭਰਤੀ ਵਿੱਚ ਜਾਂਦੇ ਆ ਠੀਕ ਹੈ ਤਾਂ ਜੀ। 2 ਕਿਸਮ ਦੇ ਨੇ। Okay ਪਹਿਲੇ ਜੀ। ਤਾਂ ਉਹ ਜਦੋਂ ਆਪਾਂ ਪੜ੍ਹਦੇ ਆ ਵਿਦਿਆਰਥੀ ਜੀਵਨ ਦਾ, ਵਿਦਿਆਰਥੀ ਕਿਉਂਕਿ ਜੀਵਨ ਦਾ character। ਆਪਾਂ 8ਵੀਂ ਵਿੱਚ ਬੋਰਡ ਦੀ ਕਲਾਸ ਸੀ ਜਦੋਂ, ਹਾਂਜੀ। ਉਸ ਵੇਲੇ 8ਵੀਂ ਵਿੱਚ ਮਿਲਦਾ ਸੀ, ਫਿਰ ਹੁਣ 10ਵੀਂ ਵਿੱਚ ਮਿਲਦਾ ਆ ਤੇ +2 ਵਿੱਚ ਮਿਲਦਾ ਆ। ਇਸੇ ਤਰ੍ਹਾਂ ਹੀ ਜਿਹੜੀਆਂ ਕਲਾਸਾਂ ਨੇ ਮੇਨ, ਉਹਨਾਂ ਦੇ ਵਿੱਚ ਬੋਰਡ ਦੀ ਕਲਾਸ ਤੋਂ ਬਾਅਦ ਸਾਨੂੰ ਇਹ ਸਰਟੀਫਿਕੇਟ ਮਿਲਦਾ ਜੋ ਸਾਡੇ ਟੀਚਰ, ਜੋ ਸਾਡਾ ਸਕੂਲ ਸਾਨੂੰ ਆਬਜ਼ਰਵ ਕਰਦਾ ਆ, ਉਹ ਸਕੂਲ ਵੱਲੋਂ ਕਰੈਕਟਰ ਸਰਟੀਫਿਕੇਟ ਮਿਲਦਾ ਆ। ਇਸੇ ਤਰ੍ਹਾਂ ਹੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਇੱਕ ਸਰਟੀਫਿਕੇਟ ਪਿੰਡ ਦੇ ਸਰਪੰਚ ਤੋਂ, MC ਕੋਲੋਂ ਜਿਹੜਾ ਹੋਣਾ ਬਹੁਤ ਜ਼ਰੂਰੀ ਆ। ਸ਼ਹਿਰ ਹੈ ਤਾਂ ਫਿਰ MC ਕੋਲੋਂ ਲੈਣਾ ਪਏਗਾ, ਜੇ ਪਿੰਡ ਹੈ ਤਾਂ ਪਿੰਡ ਦੇ ਸਰਪੰਚ ਤੋਂ ਲੈਣਾ ਪਏਗਾ। ਸੋ ਬੇਟਾ ਦੇਖ ਲਓ ਸਲੀਕੇ ਨਾਲ ਰਹਿਣਾ ਹੈਗਾ। ਠੀਕ ਹੈ, ਮਤਲਬ ਇਹ ਚੀਜ਼ ਤੁਸੀਂ ਹਮੇਸ਼ਾ ਧਿਆਨ ਵਿੱਚ ਰੱਖ ਕੇ ਚੱਲੋ ਕਿ ਜੋ ਵੀ ਅਸੀਂ ਹਰਕਤਾਂ ਕਰਦੇ ਹਾਂ, ਜੋ ਵੀ ਕਾਰਵਾਈਆਂ ਕਰਦੇ ਹਾਂ, ਉਸ ਦਾ ਬੇਟਾ ਸਿੱਧੇ ਜਾਂ ਅਸਿੱਧੇ ਤੌਰ ਤੇ ਸਾਡੀ ਜ਼ਿੰਦਗੀ ਤੇ ਪ੍ਰਭਾਵ ਪੈਂਦਾ ਹੀ ਹੈ। ਸਕੂਲ ਦੇ ਵਿੱਚ ਹੁੰਨੇ ਆ ਤਾਂ ਸਾਨੂੰ ਸਾਰੇ ਅਧਿਆਪਕ, ਸਾਡੇ ਮੁੱਖ ਅਧਿਆਪਕ, ਸਾਡੇ ਨਾਲ ਦੇ ਵਿਦਿਆਰਥੀ ਸਾਰੇ ਆਪਾਂ ਨੂੰ ਦੇਖਦੇ ਨੇ। ਜਿੰਨੀਆਂ ਕਿ ਸਾਡੀਆਂ ਸ਼ਿਕਾਇਤਾਂ ਜਾਂਦੀਆਂ ਨੇ ਉਹਨਾਂ ਚੀਜ਼ਾਂ ਦਾ ਸਾਰਿਆਂ ਦਾ ਪ੍ਰਭਾਵ ਪਏਗਾ ਹੀ। ਬਿਲਕੁਲ ਜੀ, ਕਿਉਂਕਿ ਆਪਾਂ ਨੂੰ ਨਹੀਂ ਪਤਾ ਹੁੰਦਾ ਸਾਨੂੰ ਕੌਣ ਆਬਜ਼ਰਵ ਕਰ ਰਿਹਾ। ਇਸੇ ਤਰ੍ਹਾਂ ਬੇਟਾ ਪਿੰਡ ਦੇ ਵਿੱਚ ਵੀ ਤੁਸੀਂ ਮਤਲਬ ਉਹੋ ਜਿਹੇ ਕੰਮ ਕਰਨੇ ਨੇ ਕਿਉਂਕਿ ਤੁਹਾਡੀ ਹਰ ਇੱਕ ਹਰਕਤ ਦੇ ਨਾਲ ਤੁਹਾਡੇ ਬਾਰੇ ਵਿੱਚ ਤਸਵੀਰ ਬਣਦੀ ਜਾਂਦੀ ਹੈ ਜੀ। ਸੋ ਉਹ ਤੁਹਾਡੀ ਤਸਵੀਰ ਕਿਸ ਤਰ੍ਹਾਂ ਦੀ ਬਣਦੀ ਹੈ ਸਮਾਜ ਦੇ ਦਿਮਾਗ ਦੇ ਵਿੱਚ ਔਰ ਸਕੂਲ ਦੇ ਦਿਮਾਗ ਦੇ ਵਿੱਚ, ਕਿਸ ਤਰ੍ਹਾਂ ਦੀ ਮਾਈਂਡ ਦੇ ਵਿੱਚ ਤੁਹਾਡੀ ਤਸਵੀਰ ਬਣੀ ਹੈ, ਉਹ ਬਹੁਤ ਮਾਇਨੇ ਰੱਖਦੀ ਹੈ ਜੀ। ਸੋ ਇਸ ਗੱਲ ਦਾ ਬੇਟਾ ਤੁਸੀਂ ਬਿਲਕੁਲ ਧਿਆਨ ਰੱਖਣਾ ਹੈ ਕਿ ਕੈਰੈਕਟਰ ਸਰਟੀਫਿਕੇਟ ਦੋਨੋਂ ਕਿਸਮ ਦੇ ਲੈ ਕੇ ਜਾਣੇ ਨੇ। ਇਹ ਨਾ ਹੋਵੇ ਕਿ ਤੁਸੀਂ ਸਕੂਲ ਤੋਂ ਲੈ ਜਾਓ ਸਕੂਲ ਵਾਲਾ ਤੇ ਪਿੰਡ ਵਾਲਾ ਰਹਿ ਜਾਵੇ ਤੇ ਉਹ ਨਾ ਹੋ ਸਕੇ। ਜੀ ਮੈਮ। ਸਰ ਇੱਕ ਹੋਰ ਚੀਜ਼, ਨੋ ਕਲੇਮ ਤੇ NOC ਵਿੱਚ ਕੀ ਅੰਤਰ ਹੈ? ਮੈਮ ਜਿਹੜਾ ਇਹ ਸੁਣਨ ਨੂੰ ਤਾਂ ਇੱਕੋ ਜਿਹੀ ਜਾਪਦੇ ਨੇਗੇ। ਜੀ ਬਿਲਕੁਲ, ਪਰ ਬੱਚਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਨੋ ਕਲੇਮ ਜਿਹੜਾ ਆ, ਜਦੋਂ ਆਪਾਂ ਕਿਸੇ ਭਰਤੀ ਵਿੱਚ ਜਾਣਾ ਆ, ਮੰਨ ਲਓ ਕਿ ਭਰਤੀ ਵਿੱਚ ਜਾਂਦੇ ਆ ਕੋਈ ਸਰਟੀਫਿਕੇਟ ਲੱਗ ਜਾਂਦੀ ਆ ਸਾਡੇ, ਜਾਂ ਕੋਈ ਨੁਕਸਾਨ ਹੋ ਜਾਂਦਾ, ਤਾਂ ਅਸੀਂ ਕਿਸੇ ਤੇ ਦਾਅਵਾ ਨਹੀਂ ਕਰ ਸਕਦੇ ਵੀ ਤੁਸੀਂ ਸਾਨੂੰ ਇਹਦਾ ਹਰਜ਼ਾਨਾ ਦਿਓ। ਠੀਕ ਹੈ ਬਿਲਕੁਲ। ਇਸੇ ਤਰ੍ਹਾਂ ਹੀ ਜਦੋਂ ਆਪਾਂ ਭਰਤੀ ਵਿੱਚ ਜਾਂਦੇ ਆ ਉਹਦਾ ਕੋਈ PADA ਨਹੀਂ ਮਿਲਦਾ। ਇਹ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਭਰਤੀ ਵਿੱਚ ਆਪਾਂ ਗਏ ਆਪਣੀ ਇੱਛਾ ਦੇ ਨਾਲ, ਆਪਣੀ ਲੋੜ ਅਨੁਸਾਰ ਗਏ ਆ, ਸਾਡੀ ਲੋੜ ਹੈ ਨੌਕਰੀ ਜੁਆਇਨ ਕਰਨ ਲਈ ਤਾਂ ਅਸੀਂ ਗਏ ਆ। ਸੋ ਸਾਨੂੰ ਕੋਈ TADA ਨਹੀਂ ਮਿਲਣਾ। TA ਮਤਲਬ ਟਰੈਵਲਿੰਗ ਅਲਾਉਂਸ, ਜਾਣ ਆਉਣ ਦਾ ਖਰਚਾ ਜੀ। DA ਮਤਲਬ ਡੇਲੀ ਅਲਾਉਂਸ, ਉੱਥੇ ਦੇ ਕੁਝ ਖਾਣ ਪੀਣ ਦਾ ਖਰਚਾ। ਸੋ ਉਹ ਸਭ ਕੁਝ ਨਹੀਂ ਮਿਲਣਾ। ਸੋ ਨਾ ਤਾਂ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਅਸੀਂ ਕਲੇਮ ਨਹੀਂ ਕਰ ਸਕਦੇ, ਜਾਂ ਕੋਈ ਰਸਤੇ 'ਚ ਜਾਂਦੇ ਕਿਸੇ ਤਰ੍ਹਾਂ ਦਾ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਕੁਝ ਹੋ ਜਾਂਦਾ ਹੈ, ਕੱਲ ਨੂੰ ਅਸੀਂ ਚਾਹੀਏ ਵੀ ਗਵਰਨਮੈਂਟ ਦੇ ਉੱਪਰ ਕੋਈ ਹਰਜਾਨਾ ਪਾ ਦਈਏ ਜਾਂ ਇਸ ਚੀਜ਼ ਦਾ ਸਾਨੂੰ ਉਹ ਮਿਲਣਾ ਚਾਹੀਦਾ ਵੀ ਜੀ ਮੈਂ ਤਾਂ ਹੈਂਡੀਕੈਪ ਹੋ ਗਿਆ ਰਸਤੇ 'ਚ ਆਉਂਦੇ ਆਉਂਦੇ ਜੀ, ਜਾਂ ਕੋਈ ਕਿਸੇ ਤਰ੍ਹਾਂ ਦੀ ਸੱਟ ਫੇਟ ਵੱਜ ਗਈ ਜਾਂ ਮੇਰਾ ਖਰਚਾ ਉਠਾਵੇ ਸਰਕਾਰ। ਸੋ ਇਸ ਤਰ੍ਹਾਂ ਦੀ ਬੇਟਾ ਕੋਈ ਪ੍ਰੋਵੀਜ਼ਨ ਨਹੀਂ ਹੈ। ਇਹ ਬਿਲਕੁਲ ਜਾਂਦੇ ਆ ਤਾਂ ਅਸੀਂ ਆਪਣੇ ਰਿਸਕ ਤੇ ਜਾਂਦੇ ਆ, ਆਪਣੀ ਲੋੜ ਲਈ ਜਾਂਦੇ ਆ ਜੀ। ਮੈਮ ਇਸ ਤਰ੍ਹਾਂ ਹੀ NOC ਆ, ਨੋ ਆਬਜੈਕਸ਼ਨ ਸਰਟੀਫਿਕੇਟ। ਇਹ ਸਰਟੀਫਿਕੇਟ ਜਿਹੜਾ ਆ ਜਦੋਂ ਤੁਸੀਂ ਕਿਸੇ ਇੱਕ ਅਹੁਦੇ ਤੇ ਹੁੰਨੇ ਹੋ, ਕਿਸੇ ਡਿਪਾਰਟਮੈਂਟ ਵਿੱਚ ਹੁੰਨੇ ਹੋ, ਤਾਂ ਤੁਹਾਡਾ ਮਨ ਕਰਦਾ ਕਿ ਤੁਸੀਂ ਨਵੇਂ ਡਿਪਾਰਟਮੈਂਟ ਵਿੱਚ ਜੁਆਇਨ ਕਰਨਾ ਹੋਵੇ, ਇੱਕ ਡਿਪਾਰਟਮੈਂਟ ਤੋਂ ਦੂਜੇ ਡਿਪਾਰਟਮੈਂਟ ਵਿੱਚ ਬਦਲਣ ਵਾਸਤੇ ਜੋ ਸਰਟੀਫਿਕੇਟ ਵਰਤੇ ਜਾਂਦਾ ਆ ਵੀ ਮੇਰੇ ਪਹਿਲੇ ਡਿਪਾਰਟਮੈਂਟ ਨੂੰ ਮੇਰੇ ਤੇ ਕੋਈ ਆਬਜੈਕਸ਼ਨ ਨਹੀਂ ਹੈਗੀ, ਮੈਂ ਜਾ ਸਕਦਾ ਆ, ਵੀ ਮਤਲਬ ਮੇਰੇ ਡਿਪਾਰਟਮੈਂਟ ਨੂੰ ਕੋਈ ਇਤਰਾਜ਼ ਨਹੀਂ ਹੈਗਾ, ਤੇ ਉਹ ਉਸ ਵੇਲੇ ਵਰਤਿਆ ਜਾਂਦਾ ਆ। ਇਹਦੇ ਵਿੱਚ ਇੰਨਾ ਕੁ ਫਰਕ ਹੈ ਕਿਉਂਕਿ ਬੱਚੇ NOC ਬਣਾ ਲੈਣ, ਹਲੇ ਭਰਤੀ ਵੀ ਨਹੀਂ ਕਿਤੇ ਹੋਏ ਤਾਂ ਜ਼ਰੂਰਤ ਨਹੀਂ ਹੈ। ਅੱਛਾ ਜੀ, ਜਿਹੜਾ ਕਿਤੇ ਨੌਕਰੀ ਨਹੀਂ ਕਰ ਰਿਹਾ ਉਹਨੂੰ ਕੋਈ ਲੋੜ ਨਹੀਂ ਹੈ, ਉਹ ਨੋ ਕਲੇਮ ਦੀ ਜ਼ਰੂਰਤ ਆ ਜੀ, ਉਹਨੂੰ ਸਿਰਫ ਨੋ ਕਲੇਮ ਦੀ। ਬੇਟਾ ਜਿਹੜੇ ਜੇ ਤਾਂ ਤੁਸੀਂ ਕਿਧਰੇ ਹੋਰ ਨੌਕਰੀ ਕਰ ਰਹੇ ਹੋ ਫਿਰ ਤਾਂ ਤੁਹਾਨੂੰ ਨੋ ਆਬਜੈਕਸ਼ਨ ਸਰਟੀਫਿਕੇਟ ਦੀ ਲੋੜ ਹੈ ਜੀ। ਪਰ ਜੇ ਤੁਸੀਂ ਕਿਤੇ ਹੋਰ ਨੌਕਰੀ ਨਹੀਂ ਕਰ ਰਹੇ, ਹਲੇ ਕਿਸੇ ਪਾਸੇ ਨਹੀਂ ਜੁਆਇਨ ਕੀਤੀ, ਤੁਸੀਂ ਭਰਤੀ ਲਈ ਜਾਂਦੇ ਹੋ, ਤਾਂ ਸਿਰਫ ਤੇ ਸਿਰਫ ਤੁਹਾਨੂੰ ਨੋ ਕਲੇਮ ਸਰਟੀਫਿਕੇਟ ਦੀ ਲੋੜ ਹੈ, ਨੋ ਆਬਜੈਕਸ਼ਨ ਸਰਟੀਫਿਕੇਟ ਦੀ ਕੋਈ ਲੋੜ ਨਹੀਂ ਹੈ ਜੀ ਮੈਮ। ਠੀਕ ਹੈ ਜੀ ਸਰ। ਸੋ ਇਨ੍ਹਾਂ ਸਾਰੇ ਦਸਤਾਵੇਜ਼ਾਂ ਦੀ ਸਰ ਵੈਲਿਡਿਟੀ ਬਾਰੇ ਵੀ ਥੋੜੀ ਜਾਣਕਾਰੀ ਦੇ ਦਿਓ ਜੀ। ਜੀ ਮੈਮ। ਵੀ ਮਤਲਬ ਕਿਆ ਇੱਕ ਵਾਰ ਬਣਵਾ ਕੇ ਤੇ ਫਿਰ ਇਹ ਹਮੇਸ਼ਾ ਲਈ ਰਹਿੰਦੇ ਨੇ ਜਾਂ ਕੁਝ ਸਾਲਾਂ ਬਾਅਦ ਦੁਬਾਰਾ ਇਹਨਾਂ ਨੂੰ ਕਰਨਾ ਪੈਂਦਾ ਜੀ? ਜੀ ਮੈਮ, ਰਿਨਿਊ ਕਰਵਾਉਣਾ ਪੈਂਦਾ ਦੇ ਵਿੱਚ ਇਹਦੇ ਬਾਰੇ ਕਿਉਂਕਿ ਸਮੇਂ ਦੀ ਸੀਮਤ ਆ। ਤੇ ਦੇਖੋ ਬੱਚਿਓ, 10ਵੀਂ ਦਾ ਸਰਟੀਫਿਕੇਟ ਹੋ ਗਿਆ,
ਆਰਮੀ ਵਾਸਤੇ ਬਹੁਤ ਜ਼ਰੂਰੀ ਆ। ਇਹ ਉਮਰ ਭਰ ਰਹਿੰਦਾ ਜਿਸ ਬੋਰਡ ਤੋਂ ਤੁਸੀਂ ਪੜ੍ਹੇ ਹੋ। 12ਵੀਂ ਦਾ ਸਰਟੀਫਿਕੇਟ ਪੰਜਾਬ ਪੁਲਿਸ ਵਾਸਤੇ ਬੜਾ ਲਾਜ਼ਮੀ ਆ ਤੇ ਇਹ ਉਮਰ ਭਰ ਵੈਲਿਡਿਟੀ ਇਹਦੀ ਹੁੰਦੀ ਆ। ਠੀਕ ਹੈ ਜੀ। ਕਰੈਕਟਰ ਸਰਟੀਫਿਕੇਟ ਜੋ ਸਕੂਲ ਤੋਂ ਬਣਦਾ ਆ ਉਹ ਵੀ ਉਮਰ ਭਰ ਤੁਹਾਡਾ ਸਾਥ ਦਿੰਦਾ ਆ ਤੇ ਰੈਲੇਵੈਂਟ ਹੁੰਦਾ ਆ। ਇਸੇ ਤਰ੍ਹਾਂ ਹੀ ਆਪਾਂ ਦੂਜੇ ਕਰੈਕਟਰ ਸਰਟੀਫਿਕੇਟ ਦੀ ਗੱਲ ਕਰੀਏ ਜੋ ਸਰਪੰਚ ਤੋਂ ਜਾਂ MC ਤੋਂ ਬਣਦਾ ਆ ਤਾਂ ਉਹਦੀ ਵੈਲਿਡਿਟੀ 6 ਮਹੀਨੇ ਦੀ ਮੰਨੀ ਜਾਂਦੀ ਆ। ਅਗਲੀ ਗੱਲ ਤੋਰਦੇ ਆ ਕਿਉਂਕਿ ਸਮਾਂ ਬਹੁਤ ਸੀਮਿਤ ਆ। ਕੈਟਾਗਰੀ ਸਰਟੀਫਿਕੇਟ ਜਾਂ ਕਾਸਟ ਸਰਟੀਫਿਕੇਟ ਮੈਮ ਇਹ ਤਹਿਸੀਲਦਾਰ ਦੀ ਮੋਹਰ ਦੇ ਨਾਲ ਬਣਦਾ ਆ ਤੇ ਸੁਵਿਧਾ ਕੇਂਦਰ ਤੋਂ ਕਰੀਬ ਸਮੇਂ-ਸਮੇਂ ਤੇ ਫੀਸ ਬਦਲਦੀ ਰਹਿੰਦੀ ਆ। ਅੱਜ ਕੱਲ੍ਹ 65 ਰੁਪਏ ਦਾ ਬਣ ਜਾਂਦਾ, ਅਪਲਾਈ ਹੋ ਜਾਂਦਾ। ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ ਦੀ ਫੋਟੋਕਾਪੀ, ਤੁਸੀਂ ਕੋਈ 3 ਪ੍ਰੂਫ ਆਪਣੇ ਜਿਨ੍ਹਾਂ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਲੈ ਕੇ ਜਾਣੇ ਹੁੰਦੇ ਆ ਤੇ ਇੱਕ ਪਰਫਾਰਮਾ ਤੁਸੀਂ ਭਰਨਾ ਹੁੰਦਾ ਆ। ਤੇ ਇਹ ਡਾਕੂਮੈਂਟ ਜਿਹੜਾ ਆ SC ਜਿਹੜੇ ਬੱਚੇ ਨੇ ਕੈਟਾਗਰੀ ਦੇ ਉਹਨਾਂ ਦੀ ਲਾਈਫ ਟਾਈਮ ਵਾਸਤੇ ਹੁੰਦਾ ਮੈਮ। ਠੀਕ ਹੈ ਜੀ। ਤੇ ਜਿਹੜੇ BC ਨੇ ਉਹਨਾਂ ਲਈ 5 ਸਾਲ ਦੇ ਵਾਸਤੇ ਇਹਦੀ ਵੈਲਿਡਿਟੀ ਹੁੰਦੀ 5 ਸਾਲ ਬਾਅਦ ਫਿਰ ਬੇਟਾ ਦੁਬਾਰਾ ਬਣਾਉਣਾ ਪੈਂਦਾ। BC ਦਾ ਸਰਟੀਫਿਕੇਟ ਜਿਹੜਾ SC ਦਾ ਹੈ ਉਹ ਲਾਈਫ ਟਾਈਮ ਵਾਸਤੇ ਹੈ। ਇੱਕ ਵਾਰ ਤੁਸੀਂ ਬਣਾ ਲਿਆ ਹਮੇਸ਼ਾ ਚੱਲੇ। ਸਰ ਥੋੜੀ ਜੀ ਜਾਣਕਾਰੀ ਸਾਨੂੰ ਫੋਟੋਆਂ ਬਾਰੇ ਵੀ ਦੇ ਦਿਓ ਜੀ। ਜੀ ਮੈਮ ਪਹਿਲਾਂ ਫੋਟੋਆਂ ਕਿੰਨੀਆਂ ਚਾਹੀਦੀਆਂ ਹੁੰਦੀਆਂ ਨੇ ਜੀ ਇਹਦੇ ਲਈ? ਜੀ ਉਸ ਤੋਂ ਪਹਿਲਾਂ ਇੱਕ ਡੋਮਿਸਾਈਲ ਸਰਟੀਫਿਕੇਟ ਬਾਰੇ ਮੈਂ ਜ਼ਰੂਰ ਜੀ। ਡੋਮਿਸਾਈਲ ਰਹਾਇਸ਼ ਦਾ ਸਰਟੀਫਿਕੇਟ ਆ ਇਹ ਵੀ ਸੁਵਿਧਾ ਕੇਂਦਰ ਤੋਂ ਬਣ ਜਾਂਦਾ ਹੈ ਜੀ। ਕਰੀਬ ਤੁਹਾਡੇ 85 ਰੁਪਏ ਦੀ ਫੀਸ ਅੱਜ ਕੱਲ੍ਹ ਚੱਲਦੀ ਆ, ਸਮੇਂ ਨਾਲ ਬਦਲਦੀ ਰਹਿੰਦੀ ਆ। ਇਹ 1 ਸਾਲ ਵਾਸਤੇ ਵੈਲਿਡ ਹੁੰਦਾ ਆ। ਠੀਕ ਹੈ ਜੀ। ਤੇ ਅਨਮੈਰਿਡ ਜਿਹੜਾ ਸਰਟੀਫਿਕੇਟ ਆ ਇਹ ਤੁਸੀਂ ਸੇਵਾ ਕੇਂਦਰ ਤੋਂ ਜਾਂ ਸੁਵਿਧਾ ਕੇਂਦਰ ਤੋਂ ਬਣਾ ਸਕਦੇ ਹੋ ਪਰ ਇਹਦੀ ਵੈਲਿਡਿਟੀ ਨਿਸ਼ਚਿਤ ਸਮੇਂ ਦੀ ਹੁੰਦੀ ਆ ਕਿਉਂਕਿ ਕਿਸੇ ਵੇਲੇ ਵੀ ਕੋਈ ਵਿਆਹ ਵੀ ਕਰਵਾ ਸਕਦਾ ਹੈ। ਕਿਸੇ ਵੀ ਟਾਈਮ ਕੋਈ ਵੀ ਮੈਰਿਜ ਉਹ ਤਾਂ ਮੇਰੇ ਖਿਆਲ 'ਚ ਜਦੋਂ ਵੀ ਨੈਕਸਟ ਉਸ ਦੇ ਲਈ ਜਾਣਾ ਪਏਗਾ ਦੁਬਾਰਾ ਬਣਵਾਉਣਾ ਪਏਗਾ ਜੀ। ਇਸੇ ਤਰ੍ਹਾਂ ਨੋ ਕਲੇਮ ਸਰਟੀਫਿਕੇਟ ਵੀ ਜਿਹੜਾ ਆ ਉਹ ਦੁਬਾਰਾ ਟਾਈਮ ਪੀਰੀਅਡ ਦੇ ਵਿੱਚ ਜਿਹੜਾ ਆ ਉਹ ਹੁੰਦਾ ਆ ਤੇ RT-PCR 48 ਘੰਟੇ ਦੀ ਰਿਪੋਰਟ ਜਿਹੜੀ ਆ ਉਹ ਤੁਹਾਡੀ ਮੰਨੀ ਜਾਂਦੀ ਆ। ਠੀਕ ਹੈ ਜੀ। ਤੇ ਤੁਸੀਂ ਫੋਟੋਆਂ ਦੀ ਗੱਲ ਕੀਤੀ ਹੈ। ਜਾਂਦੇ ਆਪਾਂ ਫੋਟੋਆਂ ਦੇ ਬਾਰੇ ਵਿੱਚ ਵੀ ਦੱਸ ਦਿਓ। ਜਿਹੜਾ ਤਾਂ ਮੋਨਾ ਆ ਬੱਚਾ ਉਹਦੀਆਂ 12 ਫੋਟੋਆਂ ਜਿਹੜੀਆਂ ਨੇ ਲੱਗਦੀਆਂ ਨੇ। ਜਿਹੜਾ ਸਰਦਾਰ ਆ ਪਗੜੀ ਧਾਰੀ ਆ ਉਹਦੀਆਂ ਦਸਤਾਰ ਨਾਲ 12 ਤੇ ਬਿਨਾਂ ਦਸਤਾਰ ਤੋਂ ਵੀ 12 ਫੋਟੋਆਂ ਮਤਲਬ 24 ਫੋਟੋਆਂ ਜਿਹੜੀਆਂ ਉਹਨੂੰ ਆਪਣੇ ਕੋਲ ਨੱਥੀ ਕਰਨੀਆਂ ਪੈਂਦੀਆਂ। ਤੇ ਆਖਰ ਦੇ ਉੱਤੇ ਕੁਝ ਗੱਲਾਂ ਜਿਹੜੀਆਂ ਨੇ ਸਭ ਤੋਂ ਪਹਿਲਾਂ ਜਦੋਂ ਬੱਚਾ ਜਾਂਦਾ ਅਪਲਾਈ ਕਰਨ ਤੋਂ ਬਾਅਦ ਮੈਮ ਉਹਦੇ ਕੋਲ ਐਪਲੀਕੇਸ਼ਨ ਫਾਰਮ ਹੋਣਾ ਬਹੁਤ ਜ਼ਰੂਰੀ ਆ। ਆਪਾਂ ਇੰਨੇ ਡਾਕੂਮੈਂਟ ਤਾਂ ਇਕੱਠੇ ਕਰ ਲਏ ਜੇ ਕਿਤੇ ਐਪਲੀਕੇਸ਼ਨ ਫਾਰਮ ਭੁੱਲ ਗਏ ਤਾਂ ਫਿਰ ਸਾਡੇ ਜਾਣ ਦਾ ਕੋਈ ਬਹੁਤਾ ਫਾਇਦਾ ਹੈ ਨਹੀਂ। ਠੀਕ ਹੈ ਜੀ। ਦੂਜੀ ਗੱਲ ਕਿ ਸਾਰੇ ਡਾਕੂਮੈਂਟ ਜਿੱਥੇ ਸਾਡੇ ਕੋਲ ਵੈਸੇ ਹੋਣੇ ਚਾਹੀਦੇ ਆ ਆਪਣੇ ਕੋਲ ਨਾਲ PDF ਬਣਾ ਕੇ ਰੱਖਣੇ ਚਾਹੀਦੇ ਆ। ਕਿਉਂਕਿ ਬੱਚੇ ਨੂੰ ਕਿਤੇ ਵੀ ਲੋੜ ਪੈ ਸਕਦੀ ਆ। ਬੇਟਾ ਇਹ ਤਾਂ ਮੈਂ ਤੁਹਾਨੂੰ ਵੈਸੇ ਵੀ ਸੁਜੈਸ਼ਨ ਦੇਵਾਂਗੀ ਕਿ ਆਪਣੇ ਜਿੰਨੇ ਵੀ ਆ ਜਿਹੜੇ ਸਰਟੀਫਿਕੇਟ ਨੇ ਨਾ ਇਹਨਾਂ ਨੂੰ ਆਪਣੀ ਜਿਵੇਂ ਪਹਿਲਾਂ ਕਿਹਾ ਨਾ ਤੁਹਾਨੂੰ ਈਮੇਲ ਬਣਾਓ। ਉਹ ਈਮੇਲ ਦਾ ਬੜਾ ਫਾਇਦਾ ਹੈ ਜੀ। ਉਹਦੇ ਵਿੱਚ ਨਾਲ ਸਰ ਡਰਾਈਵ ਹੁੰਦੀ ਹੈ ਜੀ। ਬਿਲਕੁਲ ਜਿਹੜੀ ਡਰਾਈਵ ਹੈ ਗੂਗਲ ਡਰਾਈਵ ਜੀ। ਇਹ ਸਾਰੇ ਸਰਟੀਫਿਕੇਟ ਉੱਥੇ ਤੁਸੀਂ ਸੇਵ ਕਰ ਲਓ ਤਾਂ ਕਿ ਤੁਹਾਨੂੰ ਕਿਤੇ ਵੀ ਤੁਸੀਂ ਹੋਵੋ ਆਪਣੀ ਮੇਲ ਖੋਲ ਕੇ ਉਹਨਾਂ ਨੂੰ ਡਾਊਨਲੋਡ ਕਰਕੇ ਉਹਦਾ ਪ੍ਰਿੰਟ ਕੱਢ ਸਕੋ। ਤੁਹਾਨੂੰ ਫਿਰ ਜ਼ਰੂਰਤ ਨਹੀਂ ਪੈਂਦੀ ਹਰ ਜਗ੍ਹਾ ਉਹਨੂੰ ਨਾਲ ਚੱਕਣ ਦੀ ਜਾਂ ਆਪਣੀ ਉਹਦੀ PDF ਬਣਾ ਕੇ ਆਪਣੇ ਮੋਬਾਈਲ ਦੇ ਵਿੱਚ ਰੱਖੋ ਜੀ। ਸੇਵ ਕਰਕੇ ਰੱਖੋ। ਬਿਲਕੁਲ ਜੀ। ਤਾਂ ਕਿ ਜਿੱਥੇ ਮੋਬਾਈਲ ਦੇ ਵਿੱਚ ਵੀ ਸੇਵ ਕਰਨ ਨਾਲੋਂ D ਡਰਾਈਵ ਦੇ ਵਿੱਚ ਜੇ ਤੁਸੀਂ ਪਾ ਕੇ ਰੱਖੋ ਨਾ ਉਹਦੇ ਵਿੱਚ ਗੂਗਲ ਡਰਾਈਵ ਦੇ ਵਿੱਚ ਸੇਵ ਕਰਕੇ ਰੱਖੋ ਉੱਥੇ ਤਾਂ ਉਹਦਾ ਬਹੁਤ ਫਾਇਦਾ ਹੁੰਦਾ ਸਰ। ਉਹ 'ਚ ਭਾਵੇਂ ਤੁਹਾਡਾ ਮੋਬਾਈਲ ਵੀ ਰਹਿ ਜਾਵੇ ਤੁਸੀਂ ਮੇਲ ਤਾਂ ਆਪਣੀ ਜਿੱਥੇ ਮਰਜ਼ੀ ਖੋਲ ਸਕਦੇ ਹੋ। ਬਿਲਕੁਲ ਜੀ। ਇਹ ਤਾਂ ਮੈਂ ਵੀ ਇਹਦਾ ਬੈਨੀਫਿਟ ਦੇਖਿਆ ਹੈ। ਮੈਂ ਆਪਣੇ ਜਿੰਨੇ ਵੀ ਇੰਪੋਰਟੈਂਟ ਸਰਟੀਫਿਕੇਟ ਹੈ ਆਪਣੇ ਵੀ ਆਪਣੇ ਬੱਚੇ ਦੇ ਵੀ ਸਾਰੇ ਮੈਂ ਉਹਦੇ ਤੇ ਰੱਖੇ ਹੋਏ ਨੇਗੇ। ਕੀ ਬਾਤ। ਗੂਗਲ ਡਰਾਈਵ ਜੀ। ਔਰ ਇਹਨਾਂ ਦੀ ਬੇਟਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇਹਨਾਂ ਦੇ ਸੀਰੀਅਲ ਨੰਬਰ ਇਹਨਾਂ ਦੀ ਇੱਕ ਫੋਟੋ ਸਟੇਟ ਉਹ ਅਲੱਗ ਤੋਂ ਕਰਵਾ ਕੇ ਆਪਣੇ ਘਰ ਦੇ ਵਿੱਚ ਸਟੋਰ ਕਰਕੇ ਰੱਖੋ। ਕਿਸੇ ਡਾਇਰੀ ਵਿੱਚ ਇਹਨਾਂ ਦੇ ਸੀਰੀਅਲ ਨੰਬਰ ਵਗੈਰਾ ਇਹਨਾਂ ਦਾ ਸਭ ਕੁਝ ਨੋਟ ਕਰਕੇ ਰੱਖੋ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਸਰ ਕਿਸ ਟਾਈਮ ਤੇ ਸਰਟੀਫਿਕੇਟ ਗੁੰਮ ਜਾਂਦੇ ਨੇ। ਅਸੀਂ ਦੇਖਦੇ ਹਾਂ ਬੱਚਿਆਂ ਦੇ ਰਸਤਿਆਂ 'ਚ ਭੁੱਲ ਜਾਂਦੇ ਨੇ ਕੋਈ ਕਰ ਦਿੰਦੇ ਨੇ। ਔਰ ਇਹ ਬੇਟਾ ਸਾਰੀ ਉਮਰ ਦੀ ਤੁਹਾਡੀ ਕਮਾਈ ਹੈ। ਬੜੇ ਔਖੇ ਬਣਦੇ ਨੇ ਇਹ, ਸੌਖੇ ਨਹੀਂ ਬਣਦੇ। ਮੁੜ ਕੇ ਦਫ਼ਤਰਾਂ ਦੇ ਚੱਕਰ ਲਗਾਉਣੇ ਦੁਬਾਰ-ਬਾਰ ਸੌਖੇ ਨਹੀਂ ਹੈਗੇ। ਸੋ ਇਹ ਚੀਜ਼ ਦਾ ਵੀ ਤੁਸੀਂ ਧਿਆਨ ਰੱਖਣਾ ਕਿ ਇਹ ਸਾਰੇ ਸਰਟੀਫਿਕੇਟਸ ਨੂੰ ਗੂਗਲ ਡਰਾਈਵ ਦੇ ਉੱਪਰ ਸੇਵ ਕਰਕੇ ਰੱਖੋ ਆਪਣੀ ਮੇਲ ਦੇ ਵਿੱਚ ਤੇ ਉੱਥੇ ਸੇਵ ਕਰਕੇ ਰੱਖੋਗੇ ਤਾਂ ਤੁਹਾਡਾ ਫਾਇਦਾ ਹੋਏਗਾ। ਤੁਹਾਡੇ ਕੋਲੇ ਭਾਵੇਂ ਮੋਬਾਈਲ ਵੀ ਤੁਹਾਡਾ ਘਰ ਰਹਿ ਜੇ ਤੁਸੀਂ ਜਿੱਥੇ ਮਰਜ਼ੀ ਆਪਣੀ ਮੇਲ ਖੋਲ ਕੇ ਉਹਨਾਂ ਨੂੰ ਡਾਕੂਮੈਂਟਸ ਨੂੰ ਡਾਊਨਲੋਡ ਕਰਕੇ ਉਹਨਾਂ ਦਾ ਪ੍ਰਿੰਟ ਕੱਢ ਸਕਦੇ ਜਿੱਥੇ ਵੀ ਤੁਹਾਨੂੰ ਲੋੜ ਪਵੇ। ਤੁਹਾਨੂੰ ਫਾਈਲਾਂ ਚੱਕਣ ਦੀ ਅੱਜ ਲੋੜ ਨਹੀਂ ਹੈ ਜੀ। ਇੱਕ ਤੁਹਾਡੇ ਕੋਲੇ PDF ਹੋਵੇ ਜਾਂ ਤੁਹਾਡੇ ਕੋਲੇ ਇਸ ਤਰ੍ਹਾਂ ਸੇਵ ਕੀਤੇ ਹੋਣ ਗੂਗਲ ਡਰਾਈਵ 'ਚ ਦੈਟ ਵਿਲ ਸਰਵ ਦਾ ਪਰਪਸ। ਬਿਲਕੁਲ ਉਹ ਚੀਜ਼ ਕਿਉਂਕਿ ਸਾਨੂੰ ਜ਼ਮਾਨੇ ਦੇ ਨਾਲ ਬੇਟਾ ਸਾਨੂੰ ਵੀ ਉਹਨਾਂ ਚੀਜ਼ਾਂ ਦੇ ਫਾਇਦੇ ਲੈਣੇ ਆਉਣੇ ਚਾਹੀਦੇ ਨੇਗੇ।
ਜ਼ਮਾਨੇ ਦੇ ਨਾਲ ਸਾਨੂੰ ਬਦਲਣਾ ਜੀ, ਚਾਹੀਦਾ, ਬਿਲਕੁਲ। ਅਪਡੇਟ ਹੋਣਾ ਚਾਹੀਦਾ ਸਾਨੂੰ। ਬਿਲਕੁਲ ਸੋ ਆਪਣੇ ਆਪ ਨੂੰ ਅਪਡੇਟ ਕਰੋ। ਆਪਾਂ ਬਜਾਏ ਕਿ ਬਾਹਰ ਖੁੰਡਾਂ ਤੇ ਬੈਠ ਕੇ ਗੱਲਾਂ ਕਰੀਏ ਜਾਂ ਉਹਨਾਂ ਚੀਜ਼ਾਂ 'ਚ ਟਾਈਮ ਬਰਬਾਦ ਕਰੀਏ, ਜੀ। ਆਪਾਂ ਨੂੰ ਬੇਟਾ ਦੇਖਣਾ ਚਾਹੀਦਾ ਕਿ ਕਿਸ ਤਰੀਕੇ ਨਾਲ ਮਤਲਬ ਅਸੀਂ ਆਪਣੇ ਕੈਰੀਅਰ ਬਾਰੇ ਸੋਚਣਾ ਚਾਹੀਦਾ ਕਿ ਅੱਗੇ ਅਸੀਂ ਕਿਹੜੀ ਨੌਕਰੀ ਲੈਣੀ ਹੈ। ਜੀ, ਬੇਟਾ ਬਿਲਕੁਲ। ਆਲਰੇਡੀ ਤੁਸੀਂ 17-18 ਸਾਲ ਦੇ ਨੇੜੇ ਹੈਗੇ ਹੋ। 25 ਸਾਲ ਦੀ ਉਮਰ ਤੱਕ ਬੇਟਾ ਜਿਹੜੇ ਪਾਸੇ ਤੁਸੀਂ ਸੈਟਲ ਹੋ ਜਾਓਗੇ ਥੋੜਾ ਜਿਹਾ ਟਾਈਮ ਹੈ। ਇਹ ਸਿਰੇ 7-8 ਸਾਲ ਨੇ ਬੇਟਾ, ਐਂ ਨਿਕਲ ਜਾਂਦੇ ਹੁੰਦੇ ਨੇ, ਪਤਾ ਵੀ ਨਹੀਂ ਲੱਗਦਾ। ਕਹਿੰਦੇ ਨੇ ਕਿ ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ। ਕੁਵੇਲੇ ਦੀਆਂ ਤਾਂ ਹੁਣ ਤੁਸੀਂ ਆਪਣਾ ਸਮਾਂ ਸੰਭਾਲ ਲਓ। ਸਵੈ ਭਰੋਸਾ ਵੱਡਾ ਤੋਸਾ ਹੁੰਦਾ ਆ। ਬਿਲਕੁਲ, ਆਪਣੇ ਆਪ ਤੇ ਯਕੀਨ ਕਰੋ ਤੇ ਜ਼ਿੰਦਗੀ ਵਿੱਚ ਬਹੁਤ ਔਰ ਵੱਡੀ ਜਿਹੜੀ ਦੂਜੀ ਗੱਲ ਸਰ, ਜੀ। ਜਿਵੇਂ ਕਿ ਥੋੜੀ ਦੇਰ ਪਹਿਲਾਂ ਵੀ ਆਪਾਂ ਡਿਸਕਸ ਕਰ ਰਹੇ ਸੀ ਬਾਹਰ ਬੈਠੇ ਜੀ। ਵੀ ਬੇਟਾ ਆਗਿਆਕਾਰੀ ਹੋਣਾ ਬਹੁਤ ਜ਼ਰੂਰੀ ਹੈ। ਬਿਲਕੁਲ ਮੈਮ। ਕਿਉਂਕਿ ਜਿੰਨੀ ਤੁਸੀਂ, ਬਿਲਕੁਲ ਸਾਨੂੰ ਲੱਗਦਾ ਹੁੰਦਾ ਵੀ ਜਿੰਨੀ ਮੈਨੂੰ ਜਾਣਕਾਰੀ ਹੈ ਸ਼ਾਇਦ ਦੁਨੀਆ ਵਿੱਚ ਕਿਸੇ ਨੂੰ ਨਹੀਂ ਹੈਗੀ, ਔਰ ਸਹੀ ਵੀ ਹੈ। ਉਹ ਸਵੈ ਭਰੋਸਾ ਵੀ ਹੋਣਾ ਚਾਹੀਦਾ ਹੈ, ਪਰ ਨਾਲ ਹੀ ਜਿਹੜਾ ਕੋਈ ਦੂਜੀ ਗੱਲ ਦੱਸਦਾ ਹੈ ਉਹਨੂੰ ਇੱਕ ਸੈਕੰਡ ਥਾਟ ਜ਼ਰੂਰ ਦੇ ਦਿਓ। ਮੈਂ ਇਹ ਨਹੀਂ ਕਹਿੰਦੀ ਵੀ ਉਹਨੂੰ ਪਹਿਲੀ ਵਾਰ 'ਚ ਹੀ ਮੰਨ ਲਓ, ਸੁਣਨਾ ਜ਼ਰੂਰ ਚਾਹੀਦਾ ਜੀ, ਪਰ ਉਹਨੂੰ ਸੁਣ ਕੇ ਬਿਲਕੁਲ। ਇੱਕ ਵਾਰ ਦੂਜੀ ਵਾਰ ਜ਼ਰੂਰ ਸੋਚ ਲਓ ਵੀ ਕਿਧਰੇ ਸਹੀ ਤਾਂ ਨਹੀਂ ਕਹਿ ਰਿਹਾ, ਹੋ ਬਿਲਕੁਲ। ਸਕਦਾ ਮੈਂ ਗਲਤ ਹੋਵਾਂ। ਨੈਚੁਰਲ। ਠੀਕ ਹੈ ਨਾ। ਬਿਲਕੁਲ। ਤਾਂ ਬੇਟਾ ਜਿਹੜੇ ਬੱਚੇ, ਇਹ ਆਮ ਦੇਖਣ ਵਿੱਚ ਆਇਆ ਹੈ, ਜਿਹੜੇ ਬੱਚੇ ਆਗਿਆਕਾਰੀ ਹੁੰਦੇ ਨੇ, ਆਪਣੇ ਮਾਪੇ ਦੀ ਗੱਲ ਸੁਣਦੇ ਨੇ, ਕਿਉਂਕਿ ਉਹ ਦਿਖਾਉਂਦੇ ਨੇ ਰਾਹ, ਉਹ ਆਪਣੇ ਤਜਰਬਿਆਂ ਤੋਂ ਦਿਖਾਉਂਦੇ ਨੇ। ਔਰ ਆਮ ਤੌਰ ਤੇ ਹੁੰਦਾ ਇਹੀ ਹੈ, ਅਧਿਆਪਕ ਜਾਂ ਮਾਪੇ ਤੁਹਾਨੂੰ ਲੱਗਦਾ ਹੋਣਾ ਵੀ ਬਾਰ-ਬਾਰ ਸਾਨੂੰ ਟੋਕਦੇ ਰਹਿੰਦੇ ਨੇ, ਐਂ ਕਰ ਲਓ, ਪੜ੍ਹ ਲਓ, ਆਹ ਕਰ ਲਓ, ਉਹ ਕਰ ਲਓ। ਉਹਦਾ ਕਾਰਨ ਬੇਟਾ ਇਹੀ ਹੈ ਕਿ ਮਤਲਬ ਕਿ ਬੱਚੇ ਜਿਹੜੇ ਹੈਗੇ ਨੇ ਕਿ ਸਾਨੂੰ, ਉਹਦਾ ਕਾਰਨ ਇਹੀ ਹੁੰਦਾ ਹੈਗਾ ਕਿ ਉਹ ਆਪਣੇ ਤਜਰਬਿਆਂ ਤੋਂ ਦੱਸਦੇ ਨੇ। ਜਿੱਥੇ ਉਹਨਾਂ ਨੇ ਠੋਕਰਾਂ ਖਾਧੀਆਂ ਨੇ, ਉਹ ਨਹੀਂ ਚਾਹੁੰਦੇ ਹੈਗੇ ਕਿ ਬੱਚੇ ਠੋਕਰਾਂ ਖਾਣ। ਬਿਲਕੁਲ। ਸੋ ਬੇਟਾ ਇਹਨਾਂ ਗੱਲਾਂ ਦਾ ਧਿਆਨ ਮੈਂ ਰੱਖਣਾ, ਸਿੱਖਣਾ ਚਾਹੀਦਾ ਆ। ਆਪਾਂ ਗਲਤੀਆਂ ਕਰ ਵਾਰ-ਵਾਰ ਦੁਹਰਾਈਏ, ਇਹ ਤੋਂ ਚੰਗਾ ਆ ਕਿ ਦੂਜੇ ਦੀ ਗਲਤੀ ਤੋਂ ਸਿੱਖੇ ਆਪਾਂ ਕੁਝ ਨਵਾਂ ਕਰੀਏ। ਸੋ ਬੇਟਾ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਹੈ। ਸੋ ਇੱਥੇ ਸਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਕਿਉਂਕਿ ਸਮਾਂ ਜਿਹੜਾ ਹੈਗਾ ਸੀਮਿਤ ਹੈ ਆਪਣੇ ਕੋਲ। ਸੋ ਅਗਲਾ ਜਿਹੜਾ ਸੈਸ਼ਨ ਹੋਊਗਾ ਬੇਟਾ ਅਗਲੇ ਹਫਤੇ, ਉਹਦੇ ਵਿੱਚ ਵੀ ਆਰਮਡ ਫੋਰਸਿਸ ਬਾਰੇ ਹੀ ਜਾਣਕਾਰੀ ਦਿੱਤੀ ਜਾਊਗੀ। ਅਗਲੇ ਹਫਤੇ ਆਪਾਂ ਫੇਰ ਮਿਲਾਂਗੇ। ਧੰਨਵਾਦ ਤੁਹਾਡਾ। ਬਹੁਤ ਧੰਨਵਾਦ ਜੀ ਸ਼ੁਕਰੀਆ ਸਰ। ਜੀ। ਥੈਂਕ ਯੂ ਮੈਮ। ਥੈਂਕ ਯੂ। ਥੈਂਕ ਯੂ ਜੀ।